ਐਮਏ ਭਾਗ ਪਹਿਲਾ ਸਾਹਿਤ ਆਲੋਚਨਾ ਦੇ ਸਿਧਾਂਤ। ਉਹਦੇ ਵਿੱਚ ਸਾਡਾ ਅਗਲਾ ਟੌਪਿਕ ਹੈ ਕਾਵਿ ਦੇ ਹੇਤੂ। ਹੇਤੂ ਕੀ ਹੁੰਦੇ ਨੇ? ਹੇਤੂ ਹੁੰਦੇ ਨੇ ਕਾਰਨ। ਕਾਰਨ ਮਤਲਬ ਕਿ ਜਿਹੜਾ ਦਾ ਹੋਣਾ ਜ਼ਰੂਰੀ ਹੋਵੇ ਉੱਥੇ, ਜਿਸ ਕਾਰਨ ਹੀ ਕਾਵਿ ਜਿਹੜਾ ਹੈ ਉਹ ਪੈਦਾ ਹੋ ਸਕਦਾ ਹੈ ਜਾਂ ਕਾਵਿ ਲਿਖਿਆ ਜਾ ਸਕਦਾ ਹੈ। ਇਹ ਹੈ ਕਾਰਨ, ਕਾਵਿ ਦੇ ਹੇਤੂ। ਇਹਦੇ ਵਿੱਚ ਅਸੀਂ ਨੇ ਬੇਟੇ ਡਿਸਕਸ ਕਰਨਾ ਹੈ। ਡਿਸਕਸ ਅਸੀਂ ਇਹਦਾ ਢੰਗ ਤਰੀਕਾ ਜਿਹੜਾ ਹੈ ਕੀ ਹੈ, ਜਿਹੜੇ ਮੈਕਸਿਮਮ ਟੌਪਿਕ ਨੇ ਉਹਨਾਂ ਦਾ ਇਹੀ ਹੈ ਕਿ ਉਹਦੇ ਵਿੱਚ ਅਲੱਗ-ਅਲੱਗ ਵਿਦਵਾਨਾਂ ਦੀ ਪਰਿਭਾਸ਼ਾਵਾਂ ਜਾਂ ਜਿਹੜੀਆਂ ਉਹਨਾਂ ਦੀਆਂ ਰਾਵਾਂ ਨੇ ਉਹ ਅਸੀਂ ਨੇ ਵੱਧ ਤੋਂ ਵੱਧ ਕੋਟ ਕਰਨੀਆਂ ਹੁੰਦੀਆਂ ਨੇ ਕਿ ਕਿਹੜਾ ਵਿਦਵਾਨ ਕਾਵਿ ਦੇ ਹੇਤੂ ਬਾਰੇ ਕੀ ਕਹਿੰਦਾ ਹੈ, ਉਹਦੀ ਕੀ ਰਾਏ ਹੈ, ਤੇ ਇਹ ਅਸੀਂ ਨੇ ਦਰਜ ਕਰਨੀਆਂ ਨੇ। ਫਿਰ ਉਸ ਤੋਂ ਬਾਅਦ ਅਸੀਂ ਸੰਖੇਪ ਕਰਾਂਗੇ ਉਹਨਾਂ ਨੂੰ, ਤੇ ਮੁੱਢਲੇ ਜਿਹੜੇ ਨੇ ਜਾਂ ਲਾ ਲਓ ਕਿ ਪ੍ਰਮੁੱਖ ਜਿਹੜੇ ਕਾਵਿ ਦੇ ਹੇਤੂ ਨੇ ਉਹਨਾਂ ਨੂੰ ਅਸੀਂ ਡਿਫਾਈਨ ਕਰਾਂਗੇ। ਸਭ ਤੋਂ ਪਹਿਲਾਂ ਜਿਹੜੀ ਇੰਟਰੋਡਕਸ਼ਨ ਹੀ ਹੈ ਇਸ ਕਿਸਮ ਦਾ ਪਿਛੋਕੜ ਹੈ ਕਿ ਕਾਵਿ ਦੇ ਹੇਤੂ ਬਾਰੇ ਅਲੱਗ-ਅਲੱਗ ਵਿਦਵਾਨ ਜਿਹੜੀ ਉਹ ਕੀ ਰਾਏ ਰੱਖਦੇ ਨੇ। ਸੰਸਕ੍ਰਿਤ ਕਾਵਿ ਸ਼ਾਸਤਰ ਆਚਾਰਿਆ ਨੇ ਕਵੀ ਦੇ ਅਨੋਖੇ ਵਿਅਕਤਿਤਵ ਦਾ ਵਧਾ ਚੜਾ ਕੇ ਜਸਗਾਨ ਕੀਤਾ ਹੈ। ਕਵੀ ਨੂੰ ਮਤਲਬ ਕਿ ਉਹਦੇ ਵਿਅਕਤਿਤਵ ਦਾ ਵਧਾ ਚੜਾ ਕੇ ਜਸਗਾਨ ਕਰਨ ਤੋਂ ਭਾਵ ਪ੍ਰਸ਼ੰਸਾ ਕੀਤੀ ਹੈ। ਕਵੀ ਨੂੰ ਪਰਮਾਤਮਾ ਦੇ ਤੁਲ ਰੱਖਿਆ ਹੈ, ਉਹਨੂੰ ਸਿਰਜਣਹਾਰੇ ਦੇ ਤੁਲ ਰੱਖਿਆ ਹੈ ਕਿ ਉਹ ਵੀ ਇੱਕ ਜਿਹੜੀ ਰਚਨਾ ਨੂੰ ਸਿਰਜਦਾ ਹੈ, ਉਹ ਕੰਮ ਵੀ ਜਿਹੜਾ ਹੈ ਉਹ ਬੜਾ ਹੀ ਅਲੌਕਿਕ ਕੰਮ ਹੈ। ਉਸਦੀ ਅਨੋਖੀ ਕਿਰਤ ਦੀ ਉਤਪਤੀ ਕਿਵੇਂ ਹੁੰਦੀ ਹੈ ਅਤੇ ਉਸਦੇ ਵਿਅਕਤਿਤਵ ਵਿੱਚ ਦੂਜੇ ਨੂੰ ਕੀਲਣ ਦੀ ਅਜਿਹੀ ਕਿਹੜੀ ਸ਼ਕਤੀ ਹੈ। ਇਹੀ ਸ਼ਕਤੀ ਹੈ ਜਿਹੜੀ ਕਾਰਨ ਬਣਦੀ ਹੈ ਕਿ ਕਿਸ ਕਰਕੇ ਉਹ ਕਾਵਿ ਦੀ ਸਿਰਜਣਾ ਜਾਂ ਉਸ ਅਨੋਖੀ ਕਿਰਤ ਦੀ ਸਿਰਜਣਾ ਉਹ ਕਰ ਸਕਦਾ ਹੈ। ਕਹਿੰਦੇ ਜਿਸ ਕਰਕੇ ਸਹਿਰਦੇ ਕਿਹੜੇ ਨੇ? ਜਿਹੜੇ ਕੋਮਲ ਮਨ ਵਾਲੇ ਨੇ, ਜਿਹੜੇ ਕਾਵਿ ਨੂੰ ਇੰਜੋਏ ਕਰਦੇ ਨੇ। ਠੀਕ ਹੈ ਜੀ। ਜਿਸ ਕਰਕੇ ਸਹਿਰਦੇ ਤੇ ਸਮਾਜਿਕ ਜਿਹੜਾ ਇੱਕ ਸਮਾਜਿਕ ਮਨੁੱਖ ਹੈ ਜਾਂ ਇੱਕ ਜਿਹੜਾ ਆਪਾਂ ਕਹਿੰਦੇ ਕਿ ਬੁੱਧੀਮਾਨ ਮਨੁੱਖ ਹੈ, ਉਸ ਵੱਲ ਆਪਣੇ ਆਪ ਖਿੱਚਿਆ ਚਲਿਆ ਆਉਂਦਾ ਹੈ। ਸਮਾਜਿਕ ਤੇ ਸਹਿਰਦੇ ਕੌਣ ਨੇ? ਦੋਨੋਂ ਇਹ ਪਾਠਕ ਨੇ ਕਿ ਕੀ ਉਹਦੇ ਚ ਅਜਿਹਾ ਗੁਣ ਹੁੰਦਾ ਹੈ, ਕੀ ਉਹਦੇ ਚ ਅਜਿਹੀ ਸ਼ਕਤੀ ਹੁੰਦੀ ਹੈ ਜਿਹੜੀ ਸ਼ਕਤੀ ਕਰਕੇ ਉਹਦੀਆਂ ਰਚਨਾਵਾਂ ਦੇ ਵੱਲ ਪਾਠਕ ਖਿੱਚੇ ਚਲੇ ਜਾਂਦੇ ਨੇ। ਉਹ ਸ਼ਕਤੀ ਨੂੰ ਡਿਫਾਈਨ ਕਰਨਾ ਹੀ ਕਾਵਿ ਦੇ ਹੇਤੂਆਂ ਨੂੰ ਡਿਫਾਈਨ ਕਰਨਾ ਹੈ। ਇਹਦੇ ਵਿੱਚ ਹੁਣ ਧੁਨੀਆਂ ਲੋਕ ਹੈ, ਗ੍ਰੰਥ ਦਾ ਨਾਮ ਹੈ, ਉਹਦਾ ਲੇਖਕ ਹੈ, ਰਚਇਤਾ ਹੈ ਆਨੰਦਵਰਧਨ। ਆਨੰਦਵਰਧਨ ਜਿਹੜਾ ਹੈ ਉਹ ਕੀ ਕਹਿੰਦਾ ਹੈ? ਕਹਿੰਦੇ ਆਨੰਦਵਰਧਨ ਨੇ ਤਾਂ ਕਵੀ ਨੂੰ ਕਾਵਿ ਰੂਪੀ ਸੰਸਾਰ ਦਾ ਪ੍ਰਜਾਪਤੀ ਯਾਨੀ ਕਿ ਬ੍ਰਹਮਾ ਸਿਰਜ ਅਹੁਦਾ ਦਿੰਦੇ ਹੋਏ ਕਿਹਾ ਹੈ ਕਿ ਕਵੀ ਜਿਹੜਾ ਹੈ ਕਾਵਿ ਰੂਪੀ ਸੰਸਾਰ ਦਾ ਅਨੋਖਾ ਰਚਇਤਾ ਹੈ। ਕਾਵਿ ਰੂਪੀ ਸੰਸਾਰ ਇੱਕ ਤਾਂ ਐਕਚੁਅਲ ਸੰਸਾਰ ਹੈ, ਸਾਡਾ ਯਥਾਰਥਕ ਜਿਹੜਾ ਸੰਸਾਰ ਹੈ, ਜਿਹੜਾ ਅਸਲ ਸੰਸਾਰ ਸਾਨੂੰ ਦਿਖਦਾ ਹੈ, ਜਿਸ ਨੂੰ ਅਸੀਂ ਮਹਿਸੂਸਦੇ ਹਾਂ, ਸਾਰਾ ਆਲਾ ਦੁਆਲਾ ਜਿਹੜੀ ਦੁਨੀਆ 'ਚ ਅਸੀਂ ਰਹਿੰਦੇ ਹਾਂ, ਇੱਕ ਇਹ ਸੰਸਾਰ ਹੈ। ਇੱਕ ਸੰਸਾਰ ਕਵੀ ਸਿਰਜਦਾ ਹੈ, ਉਹ ਸਾਹਿਤ ਦਾ, ਉਹ ਕਵਿਤਾ ਦਾ ਸੰਸਾਰ ਹੈ। ਕਹਿੰਦੇ ਜਿਹੜਾ ਕਵੀ ਹੈ ਕਾਵਿ ਰੂਪੀ ਸੰਸਾਰ ਦਾ ਅਨੋਖਾ ਰਚਇਤਾ ਹੈ, ਜਿਸ ਦੀਆਂ ਕਲਪਨਾਵਾਂ ਅਤੇ ਮਨੋਭਾਵਾਂ ਉਹ ਇਸ ਸੰਸਾਰ ਨੂੰ ਕਿਸ ਦੇ ਆਧਾਰ ਤੇ ਜਿਹੜਾ ਸਿਰਜਦਾ ਹੈ? ਆਪਦੀ ਕਲਪਨਾ ਦੇ ਆਧਾਰ ਤੇ ਆਪਣੀਆਂ ਮਨੋਭਾਵਨਾਵਾਂ ਦੇ ਆਧਾਰ ਤੇ। ਆਪਣੀਆਂ ਕਲਪਨਾਵਾਂ ਅਤੇ ਮਨੋਭਾਵਾਂ ਦੇ ਅਨੁਸਾਰ ਇਸ ਸੰਸਾਰ ਦੀਆਂ ਪਰੰਪਰਾਵਾਂ ਤੇ ਨਿਯਮ ਜਿਹੜਾ ਹੈ ਉਹ ਬਦਲਦਾ ਹੈ। ਉਹਦੇ ਵਿੱਚ ਉਸ ਸੰਸਾਰ ਦੇ ਵਿੱਚ ਜੋ ਇਸ ਸੰਸਾਰ ਦੇ ਵਿੱਚ ਉਸਨੂੰ ਚੰਗਾ ਨਹੀਂ ਲੱਗਦਾ, ਉਹ ਆਪਣੇ ਕਲਪਿਤ ਸੰਸਾਰ ਜਿਸ ਨੂੰ ਕਾਵਿ ਰੂਪੀ ਸੰਸਾਰ ਕਿਹਾ, ਉਹਦੇ ਵਿੱਚ ਉਹਨਾਂ ਨੂੰ ਬਦਲ ਦਿੰਦਾ ਹੈ। ਇੱਕ ਨਵੀਂ ਕਿਸਮ ਦਾ ਸੰਸਾਰ ਸਿਰਜ ਜਾਂਦਾ ਹੈ। ਇਹਦਾ ਮਤਲਬ ਕੀ ਹੈ ਕਿ ਜਿਹੜੇ ਸਾਹਿਤਕਾਰ ਨੇ ਜਦੋਂ ਸਾਹਿਤ ਰਚਦੇ ਨੇ, ਐਕਚੁਅਲੀ ਜੋ ਉਹਨਾਂ ਨੂੰ ਅਸਲ ਸੰਸਾਰ ਦੇ ਵਿੱਚ ਚੀਜ਼ਾਂ ਨਾ ਖੁਸ਼ਗਵਾਰ ਠਹਿਰਦੀਆਂ ਨੇ ਜਾਂ ਉਹਨਾਂ ਨੂੰ ਪਸੰਦ ਨਹੀਂ ਕਰਦੇ ਜਾਂ ਉਹਨਾਂ 'ਚ ਤਬਦੀਲੀਆਂ ਲਿਆਉਣਾ ਚਾਹੁੰਦੇ ਨੇ, ਫਿਰ ਉਹ ਤਬਦੀਲੀਆਂ ਐਕਚੁਅਲੀ ਤਾਂ ਕਰਨੀਆਂ ਬੜੀਆਂ ਅਸੰਭਵ ਨੇ ਕਿ ਆਪਾਂ ਦੁਨੀਆ ਨੂੰ ਬੈਠੇ ਬੈਠੇ ਇੱਕ ਬੰਦਾ ਬਦਲ ਦੇਵੇ, ਇਹ ਪੋਸੀਬਲ ਨਹੀਂ। ਫਿਰ ਉਹ ਇੱਕ ਬੰਦਾ ਕੀ ਕਰਦਾ ਹੈ? ਉਹ ਸਾਹਿਤ ਦੇ ਰਾਹੀਂ ਉਹ ਇੱਕ ਨਵੀਂ ਅਜਿਹੀ ਦੁਨੀਆ ਸਿਰਜ ਲੈਂਦਾ ਹੈ ਜਿਹਦੇ ਵਿੱਚ ਉਹਦੀਆਂ ਆਪਣੀਆਂ ਕਲਪਨਾਵਾਂ ਜਿਹੜੀਆਂ ਨੇ ਜਾਂ ਉਹਦੀਆਂ ਆਪਣੇ ਨਿਯਮ ਬਣਾ ਲੈਂਦਾ। ਉਹ ਆਪਣੀ ਮਰਜ਼ੀ ਅਨੁਸਾਰ ਜਿਹੜਾ ਹੈ ਉਹ ਸੰਸਾਰ ਨੂੰ, ਕਾਵਿਕ ਸੰਸਾਰ ਨੂੰ ਜਾਂ ਸਾਹਿਤ ਰੂਪੀ ਸੰਸਾਰ ਨੂੰ ਸਿਰਜ ਲੈਂਦਾ ਹੈ। ਕਵੀ ਆਪਣੇ ਹਿਰਦੇ ਦੇ ਭਾਵ ਅਤੇ ਕਲਪਨਾ ਨਾਲ ਸੰਸਾਰ ਨੂੰ ਜਿਸ ਰੂਪ ਵਿੱਚ ਸਿੰਜਦਾ ਹੈ ਉਸੇ ਰੂਪ ਵਿੱਚ ਉਹ ਬਦਲ ਜਾਂਦਾ ਹੈ। ਜੋ ਕੁਝ ਉਹਦੇ 'ਚ ਭਰਦਾ ਉਹ ਉਹਦੀ ਮਰਜ਼ੀ ਮੁਤਾਬਕ ਉਹ ਹੋ ਜਾਂਦਾ ਹੈ। ਜਿਵੇਂ ਇੱਕ ਅਜਿਹਾ ਸੰਸਾਰ ਸਿਰਜ ਲੈਣਾ ਜਿਹਦਾ ਕੰਟਰੋਲ ਉਹਦੇ ਆਪਦੇ ਹੱਥ ਦੇ ਵਿੱਚ ਹੈ। ਇਹਦਾ ਮਤਲਬ ਕੀ ਹੈ ਕਿ ਉਸਨੂੰ ਬ੍ਰਹਮਾ ਦੇ ਤੁਲ ਮੰਨਿਆ ਗਿਆ ਕਿ ਅਜਿਹੀ ਸੰਸਾਰ ਸਿਰਜਣ ਦੇ ਸਮਰੱਥ ਹੈ ਜਿਹਦਾ ਕੰਟਰੋਲ ਉਹਦੇ ਆਪਣੇ ਆਪ ਕੋਲ ਹੁੰਦਾ ਹੈ। ਤਾਂ ਕਵੀ ਦੀ ਅਜਿਹੀ ਜਿਹੜੀ ਸਮਰੱਥਾ ਹੈ। ਹੁਣ ਇਹ ਕਾਵਿ ਦਾ ਹੇਤੂ ਹੈ, ਕਾਵਿ ਦਾ ਕਾਰਨ ਹੈ ਕਿ ਇਸ ਸਮਰੱਥਾ ਦਾ ਹੋਣਾ ਹੀ
ਇੱਕ ਐਕਚੁਅਲ ਸੰਸਾਰ ਦੇ ਬਰਾਬਰ ਇੱਕ ਹੋਰ ਸੰਸਾਰ ਸਿਰਜ ਲੈਣਾ ਹੀ ਜਿਹੜਾ ਹੈ ਇੱਕ ਬਹੁਤ ਵੱਡਾ ਹੇਤੂ ਹੈ, ਬਹੁਤ ਵੱਡਾ ਕਾਰਨ ਹੈ। ਅੱਗੇ ਮੰਮਟ ਕੀ ਕਹਿੰਦਾ ਹੈ? ਮੰਮਟ ਵੀ ਸਾਡਾ ਜਿਹੜਾ ਵਿਦਵਾਨ ਹੈ, ਉਹਦਾ ਜਿਹੜਾ ਗ੍ਰੰਥ ਹੈ ਉਹ ਹੈਗਾ ਕਾਵਿਆ ਪ੍ਰਕਾਸ਼। ਉਹਦੇ ਵਿੱਚੋਂ ਲਿਖਦਾ ਹੈ ਕਿ ਕਵੀ ਦੀ ਭਾਰਤੀ ਕੀ ਹੁੰਦੀ ਹੈ? ਬਾਣੀ ਕੀ ਹੁੰਦੀ ਹੈ? ਜੋ ਉਹਦੀ ਭਾਸ਼ਾ ਹੈ ਕਵੀ ਕੋਲ। ਕਵੀ ਦੀ ਭਾਰਤੀ ਨਿਯਤੀ ਯਾਨੀ ਕਿ ਰੱਬ ਦੇ ਨਿਯਮਾਂ ਨਾਲ ਜਕੜੀ ਹੋਣ ਦੀ ਬਜਾਏ ਸੁਤੰਤਰ ਹੁੰਦੀ ਹੈ। ਇਹ ਦੇਖੋ ਕਿ ਕਵੀ ਜਿਹੜਾ ਹੈ ਉਹਦੇ ਆਪਾਂ ਕਹਿ ਲਓ ਕਿ ਉਹ ਜੋ ਕੁਝ ਕਹਿਣਾ ਚਾਹੁੰਦਾ ਹੈ, ਠੀਕ ਹੈ, ਉਹ ਰੱਬ ਦੇ ਬਣਾਏ ਨਿਯਮਾਂ ਤੋਂ ਆਜ਼ਾਦ ਹੁੰਦਾ ਹੈ। ਉਹ ਆਪਣੇ ਸੰਸਾਰ ਦੇ ਵਿੱਚ ਆਪਣੀ ਮਰਜ਼ੀ ਕਰਦਾ ਹੈ। ਇਸ ਸੰਸਾਰ ਦੇ ਵਿੱਚ ਤਾਂ ਜਿਹੜੀ ਰੱਬ ਦੀ ਮਰਜ਼ੀ ਚੱਲਦੀ ਹੈ, ਨਿਯਤੀ ਜੋ ਲਿਖਿਆ ਗਿਆ ਹੈ ਨਾ, ਜੋ ਸਿਰਜ ਦਿੱਤਾ ਗਿਆ ਉਹਦੇ ਨਿਯਮਾਂ ਅਨੁਸਾਰ ਚੱਲਦਾ ਹੈ। ਪਰ ਜਿਹੜੇ ਉਹਦਾ ਆਪਦੀ ਬਾਣੀ ਹੈ, ਜਿਹੜੇ ਉਹਦੇ ਆਪਦੇ ਸ਼ਬਦ ਨੇ, ਉਹਦੀ ਆਪਦੀ ਕਵਿਤਾ ਹੈ, ਉਹਦੇ ਵਿੱਚ ਉਹ ਇਹਨਾਂ ਨਿਯਮਾਂ ਤੋਂ ਸੁਤੰਤਰ ਹੋ ਜਾਂਦਾ ਹੈ। ਉਹ ਦੁਨੀਆ ਦੇ ਨਿਯਮਾਂ ਅਨੁਸਾਰ ਨਹੀਂ ਚੱਲਦਾ, ਆਪਣੀ ਦੁਨੀਆ 'ਚ ਆਪਣੇ ਨਿਯਮਾਂ ਅਨੁਸਾਰ ਚੱਲਦਾ ਹੈ। ਉਸ ਵਿੱਚ ਕਵੀ ਦੀ ਹੀ ਭਾਵ ਰੂਪ ਧਾਰਦੇ ਉਮੜਦੇ ਵੇਗ ਅਤੇ ਆਨੰਦ ਦੀ ਚਰਮ ਪ੍ਰਾਪਤੀ ਦੀ ਸਹਿਜ ਸਮਰੱਥਾ ਹੁੰਦੀ ਹੈ। ਉਹਦੇ 'ਚ ਸਮਰੱਥਾ ਹੈਗੀ ਹੈ ਕਿ ਉਹ ਆਪਣੀਆਂ ਭਾਵਨਾਵਾਂ ਦੇ ਪ੍ਰਵਾਹ ਨੂੰ, ਠੀਕ ਹੈ, ਉਹ ਇੰਜੋਏ ਕਰਦਾ ਹੈ। ਉਹ ਆਪਣੀਆਂ ਫੀਲਿੰਗਸ ਨੂੰ ਚਰਮ ਸੀਮਾ ਤੱਕ ਇੰਜੋਏ ਕਰਦਾ ਹੈ, ਅਲਟੀਮੇਟ ਤੱਕ ਇੰਜੋਏ ਕਰਦਾ ਹੈ, ਤੇ ਇਹ ਉਹਦੇ ਵਿੱਚ ਸਹਿਜ ਸਮਰੱਥਾ ਹੁੰਦੀ ਹੈ। ਇਸ ਸਮਰੱਥਾ ਦਾ ਹੋਣਾ ਹੀ ਕਾਵਿ ਦਾ ਹੇਤੂ ਹੋਣਾ ਹੈ, ਕਿ ਕਾਰਨ ਹੈ। ਉਹਦੇ 'ਚ ਇਹ ਕਾਰਨ ਹੈਗਾ ਕਿ ਉਹ ਏਦਾਂ ਦਾ ਸੰਸਾਰ ਸਿਰਜ ਸਕਦਾ ਹੈ। ਇਸੇ ਲਈ ਅਸੀਂ ਇਹਨਾਂ ਨੂੰ ਕਾਰਨ ਕਹਿੰਦੇ ਹਾਂ, ਜਾਂ ਇਹਨਾਂ ਨੂੰ ਅਸੀਂ ਹੇਤੂ। ਭਾਰਤੀ ਕਾਵਿ ਸ਼ਾਸਤਰ ਦੀ ਭਾਸ਼ਾ ਵਿੱਚ ਇਹ ਸਾਰੇ ਹੇਤੂ ਨੇ, ਕਿ ਇਹਨਾਂ ਹੇਤੂਆਂ ਦਾ ਹੋਣਾ ਲਾਜ਼ਮੀ ਹੈ ਜੇਕਰ ਅਸੀਂ ਕਾਵਿ ਸਿਰਜਣ ਕਰਨਾ ਚਾਹੁੰਦੇ ਹਾਂ। ਅੱਗੇ ਸਿੰਪਲ ਇਹਨਾਂ ਦੀਆਂ ਜਿਹੜੀਆਂ ਨੇ ਉਹ ਡਿਟੇਲ ਦਿੱਤੀਆਂ ਹੋਈਆਂ ਨੇ। ਹੁਣ ਇਹ ਸਿੰਪਲ ਜੀ ਗੱਲ ਕਰਕੇ ਇੱਕ ਇੰਟਰੋਡਕਟਰੀ ਨੋਟ ਜਿਹੜੇ ਨੇ ਦੋ ਜਣਿਆਂ ਦੇ ਦੇ ਕੇ, ਹੁਣ ਉਹ ਕਹਿੰਦੇ ਕਿ ਸਵਾਲ ਉੱਠਦਾ ਕਿ ਕਵੀ ਵਿੱਚ ਏਦਾਂ ਦੀ ਕਿਹੜੀ ਸ਼ਕਤੀ ਹੈ? ਸ਼ਕਤੀ ਤਾਂ ਆਪਣੇ ਕਹਿਤਾ ਕਿ ਹੈਗੀ ਹੈ, ਪਰ ਉਹਦਾ ਰੂਪ ਕੀ ਹੈ? ਉਹ ਕਿਹੋ ਜਿਹੀ ਸ਼ਕਤੀ ਹੈ ਜਿਸ ਕਰਕੇ ਉਹ ਸਧਾਰਨ ਮਨੁੱਖ ਹੁੰਦੇ ਹੋਏ ਵੀ ਕਾਵਿ ਰਚਨਾ ਦੁਆਰਾ ਅਸਧਾਰਨ ਕੰਮਾਂ ਦਾ ਅਨਿਆਸ ਬਿਨਾਂ ਕਿਸੇ ਯਤਨ ਦੇ ਸਹਿਜ ਰੂਪ 'ਚ ਹੀ ਰਚਨਹਾਰ ਕਿਵੇਂ ਬਣ ਜਾਂਦਾ ਹੈ? ਸਹਿਜੇ ਹੀ ਆਪਾਂ ਕਹਿੰਦੇ ਕਿ ਕਵੀ ਹੈ ਉਹ ਆਮ ਇਨਸਾਨਾਂ ਵਰਗਾ ਤਾਂ ਹੁੰਦਾ ਹੈ, ਪਰ ਉਹਦੇ ਵਿੱਚ ਇੱਕ ਆਮ ਇਨਸਾਨਾਂ ਤੋਂ ਇਲਾਵਾ ਇੱਕ ਹੋਰ ਸਮਰੱਥਾ ਹੈਗੀ ਹੈ ਜਿਸ ਨੂੰ ਅਸੀਂ ਹੇਤੂ ਦੇ ਵਿੱਚ ਪੜ੍ਹ ਰਹੇ ਹਾਂ। ਪਰ ਉਹ ਕਹਿੰਦੇ ਕਿ ਸਵਾਲ ਇਹ ਹੈ ਕਿ ਫਿਰ ਉਹ ਸਮਰੱਥਾ ਹੈ ਕਿਹੋ ਜਿਹੀ ਜਿਹੜੀ ਦੂਜੇ ਵਿਅਕਤੀਆਂ ਦੇ ਵਿੱਚ ਨਹੀਂ ਹੈ। ਇਸ ਲਈ ਵਾਮਨ ਨੇ ਸਾਡੇ ਆਚਾਰਿਆ, ਉਹਨਾਂ ਨੇ ਇਹਦੇ ਲਈ ਕੀ ਵਰਤਿਆ? ਕਾਵ ਅੰਗ ਜਾਂ ਰਾਜਸ਼ੇਖਰ ਇਸ ਨੂੰ ਕਾਵ ਮਾਤਾਵਾਂ ਕਹਿੰਦਾ ਹੈ ਹੇਤੂਆਂ ਦੇ ਲਈ, ਕਿ ਇਹ ਉਹਦੇ ਕੋਲ ਹੁੰਦੀਆਂ ਨੇ। ਹੁਣ ਕੀ ਹੈ? ਸਭ ਤੋਂ ਪਹਿਲੇ ਆਚਾਰਿਆ ਜਿਹੜੇ ਨੇ ਭਾਮਾ ਕਾਵਿ ਸ਼ਾਸਤਰ ਦੇ ਮੁੱਢਲੇ ਆਚਾਰਿਆਂ ਦੇ ਵਿੱਚ ਇੱਕ ਨੇ, ਉਹ ਕੀ ਕਹਿੰਦੇ ਨੇ ਕਿ ਕਾਵਿ ਦੀ ਰਚਨਾ ਕਰਨੀ ਕਿਸੇ ਐਰੇ ਗਹਿਰੇ ਨੱਥੂ ਖਹਿਰੇ ਕਵੀ ਦੇ ਵੱਸ ਦੀ ਗੱਲ ਨਹੀਂ ਹੁੰਦੀ, ਬਲਕਿ ਕੋਈ ਬਿਰਲਾ ਹੀ ਕਾਵਿ ਰਚਨਾ ਕਰ ਸਕਦਾ ਹੈ ਜਿਸ ਕੋਲ ਕੀ ਹੋਵੇ? ਪ੍ਰਤਿਭਾ ਹੋਵੇ। ਹੁਣ ਪ੍ਰਤਿਭਾ ਨੂੰ ਅਸੀਂ ਕਿਵੇਂ ਡਿਫਾਈਨ ਕਰਾਂਗੇ? ਅੱਗੇ ਇਹ ਹੇਤੂਆਂ ਦੇ ਵਿੱਚੋਂ ਇੱਕ ਹੇਤੂ ਹੈ ਸਾਡੇ ਕੋਲ। ਅੱਗੇ ਅਸੀਂ ਲਾਸਟ ਦੇ ਵਿੱਚ 3 ਹੇਤੂ ਕਰਾਂਗੇ ਜਿਨ੍ਹਾਂ ਦਾ ਹੋਣਾ ਇੱਕ ਕਵੀ ਦੇ ਵਿੱਚ, ਇੱਕ ਵਿਅਕਤੀ ਦੇ ਵਿੱਚ ਲਾਜ਼ਮੀ ਹੈ, ਜਿਨ੍ਹਾਂ ਗੁਣਾਂ ਕਰਕੇ ਹੀ, ਉਹਨਾਂ ਗੁਣਾਂ ਦੇ ਕਾਰਨ ਕਰਕੇ ਹੀ ਉਹ ਕਾਵਿ ਸਿਰਜਣ ਦੀ ਸਮਰੱਥਾ ਉਹਦੇ ਵਿੱਚ ਪੈਦਾ ਹੁੰਦੀ ਹੈ। ਹੁਣ ਉਹਦੇ ਕੋਲ ਉਹ ਕਹਿੰਦਾ, ਭਾਮਾ ਕਹਿੰਦਾ ਕਿ ਪ੍ਰਤਿਭਾ ਹੋਣੀ ਚਾਹੀਦੀ ਹੈ। ਹੁਣ ਦੰਡੀ ਕੀ ਕਹਿੰਦਾ ਹੈ? ਬਾਕੀ ਤੁਸੀਂ ਸਟੱਡੀ ਕਰ ਸਕਦੇ ਹੋ, ਬਹੁਤ ਸਿੰਪਲ ਜੀਆਂ ਗੱਲਾਂ ਨੇ। ਆਚਾर्य ਦੰਡੀ ਕੀ ਕਹਿੰਦਾ ਹੈ? ਕਹਿੰਦੇ ਸੋਹਜ ਪ੍ਰਤਿਭਾ। ਸੋਹਜ ਕੀ ਹੈ? ਐਸਥੈਟਿਕਸ। ਜੋ ਅਸੀਂ ਜ਼ਿੰਦਗੀ ਦੇ ਸ਼ਬਦਾਂ ਦੇ ਖੂਬਸੂਰਤ ਪੱਖ ਨੂੰ ਜਿਹੜਾ ਹੈ ਪਹਿਚਾਨ ਸਕਣ ਦੀ ਸਮਰੱਥਾ ਜਿਹੜੀ ਹੈ ਉਹ ਹੋਵੇ, ਸੋਹਜ ਪ੍ਰਤਿਭਾ ਹੋਵੇ। ਬਹੁਤਾ ਅਧਿਐਨ ਕੀਤਾ ਹੋਣਾ ਚਾਹੀਦਾ ਪਿਛਲੇ ਪਹਿਲੀਆਂ ਰਚਨਾਵਾਂ ਦਾ, ਜਿਹੜਾ ਆਪਾਂ ਕਹਿੰਦੇ ਕਿ ਵੈਲ ਰੈਡ ਵਿਅਕਤੀ ਹੁੰਦਾ ਹੈ, ਬਹੁਤ ਪੜ੍ਹਿਆ ਲਿਖਿਆ ਵਿਅਕਤੀ, ਬਹੁਤ ਗਿਆਨੀ ਵਿਅਕਤੀ। ਬਹੁਤਾ ਅਧਿਐਨ ਅਤੇ ਲਗਾਤਾਰ ਅਭਿਆਸ ਵਾਰ-ਵਾਰ ਕਿਸੇ ਗੱਲ ਨੂੰ ਕਰਕੇ ਦੇਖਣਾ। ਤਾਂ ਜਦੋਂ ਅਸੀਂ ਵਾਰ-ਵਾਰ ਦੁਹਰਾਈ ਕਰਦੇ ਹਾਂ ਤਾਂ ਉਹਦੇ 'ਚ ਮਾਸਟਰੀ ਮਿਲ ਜਾਂਦੀ ਹੈ। ਤਾਂ ਅਭਿਆਸ ਵੀ ਇੱਕ ਮਹੱਤਵਪੂਰਨ ਹੇਤੂ ਹੈ। ਕਹਿੰਦੇ 3 ਚੀਜ਼ਾਂ ਕਹਿੰਦਾ ਦੰਡੀ, ਸੋਹਜ ਪ੍ਰਤਿਭਾ ਹੋਵੇ, ਅਧਿਐਨ ਕੀਤਾ ਹੋਇਆ ਹੋਵੇ ਤੇ ਅਭਿਆਸ ਕਰਦਾ ਹੋਵੇ। ਇਹ ਗੱਲਾਂ ਕਾਵਿ ਰਚਨਾ ਦੇ ਹੇਤੂ ਜਿਹੜਾ ਹੈ ਉਹ ਬਣ ਜਾਂਦੀਆਂ ਨੇ। ਇਹ ਤੋਂ ਅੱਗੇ ਆਚਾर्य ਰੁਦਰਟ ਨੇ, ਅਸੀਂ ਇਹਨਾਂ ਦੀਆਂ ਪਰਿਭਾਸ਼ਾਵਾਂ ਕੱਢ ਸਕਦੇ ਹਾਂ ਇਹਦੇ ਵਿੱਚੋਂ, ਫਿਰ ਇੱਕ ਲਿਸਟ ਬਣ ਜਾਏਗੀ। ਇਹ ਇੰਨਾ ਲੰਮਾ ਜਿਹੜਾ ਹੈ ਚੈਪਟਰ ਹੈ, ਤਾਂ ਇਹ 'ਚ ਕੁਐਸਚਨ ਉਹਨਾਂ ਲੰਮਾ ਪੂਰੇ ਦਾ ਪੂਰਾ ਚੈਪਟਰ ਨਹੀਂ ਉਹਦੇ ਵਿੱਚ ਅਟੈਂਪਟ ਹੋ ਸਕਦਾ। ਆਪਾਂ ਨੇ ਉਹਦੇ ਵਿੱਚੋਂ ਇੱਕ ਸ਼ਾਰਟ ਫਾਰਮ ਜਿਹੜੀ ਕੱਢ ਲੈਣੀ ਹੁੰਦੀ ਹੈ। ਆਚਾर्य ਰੁਦਰਟ ਕੀ ਕਹਿੰਦਾ ਹੈ? ਉਹ ਕਹਿੰਦਾ ਕਿ ਸ਼ਕਤੀ, ਫਿਰ ਉਹੀ ਗੱਲ ਆ ਗਈ ਪ੍ਰਤਿਭਾ, ਵਿਉਂਤਪਤੀ, ਵਿਉਂਤਣ ਦੀ ਸਮਰੱਥਾ,
ਕਿ ਉਹ ਵਿਉਂਤ ਸਕਦਾ ਹੈ ਜਾਂ ਖਿਲ ਰਿਹਾ ਫੁੱਲ ਰਿਹਾ ਹੀ ਉਹਦੇ ਵਿਚਾਰ ਉਹਦੇ ਸ਼ਬਦ ਰਹਿੰਦੇ ਨੇ, ਪਰ ਜੇ ਇੱਕ ਸੋਹਣੀ ਬਣਤ ਬਣਾ ਸਕਦਾ ਹੈ, ਇੱਕ ਉਹਨੂੰ ਰੂਪ ਦੇ ਸਕਦਾ ਹੈ। ਅਤੇ ਅਭਿਆਸ ਇਕਜੁੱਟ ਕਾਵ ਰਚਨਾ ਦਾ ਹੇਤੂ ਸਵੀਕਾਰ ਕਰਤਾ। ਇਹਨਾਂ ਦੇ ਜੁੱਟ ਨੂੰ ਇਹ ਤਿੰਨੇ ਚੀਜ਼ਾਂ ਪ੍ਰਤਿਭਾ, ਵਿਉਂਤਪਤੀ ਤੇ ਅਭਿਆਸ, ਇਹ ਆਚਾਰਿਆ ਰੁਦਰ ਕਹਿੰਦੇ ਕਿ ਤਿੰਨੋਂ ਚੀਜ਼ਾਂ ਹੋਣ ਤਾਂ ਉਹ ਚੰਗਾ ਕਵੀ ਤੇ ਚੰਗਾ ਰਚਨਾਕਾਰ ਬਣ ਸਕਦਾ ਹੈ। ਇਹਦੇ ਵਿੱਚ ਅੱਗੇ ਜਿਹੜਾ ਹੈ ਰਾਜਸ਼ੇਖਰ ਤੇ ਜਗਨਨਾਥ ਨੇ ਕੀ ਕਿਹਾ, ਉਹ ਕੀ ਕਹਿੰਦੇ ਨੇ, ਉਹ ਵਿਉਂਤਪਤੀ ਤੇ ਅਭਿਆਸ ਨੂੰ ਪ੍ਰਤਿਭਾ ਦੇ ਸਹਾਇਕ ਮੰਨ ਕੇ ਕੇਵਲ ਪ੍ਰਤਿਭਾ ਨੂੰ ਹੀ ਕਾਵਿ ਦਾ ਹੇਤੂ ਮੰਨਦੇ ਨੇ। ਉਹ ਕਹਿੰਦੇ ਕਿ ਬਸ ਇੱਕ ਪ੍ਰਤਿਭਾ ਹੋਣੀ ਚਾਹੀਦੀ ਹੈ। ਜਿਹੜਾ ਵਿਅਕਤੀ ਪ੍ਰਤਿਭਾਵਾਨ ਹੈ ਜਾਂ ਜਿਹਦੇ ਕੋਲ ਪ੍ਰਤਿਭਾ ਹੈ, ਉਹਦੇ ਕੋਲ ਅਭਿਆਸ ਤੇ ਵਿਉਂਤਪਤੀ ਤਾਂ ਆਪੇ ਹੀ ਹੁੰਦੇ ਨੇ, ਇਸੇ ਕਰਕੇ ਉਹ ਪ੍ਰਤਿਭਾਸ਼ੀਲ ਬਣਦਾ ਹੈ। ਇਸ ਲਈ ਉਹ ਕਹਿੰਦੇ ਨੇ ਕਿ ਇਹਨਾਂ ਨੂੰ ਅਲੱਗ ਤੋਂ ਜਿਹੜਾ ਵਿਚਾਰਨ ਦੀ ਲੋੜ ਨਹੀਂ ਹੈ ਕਿ ਵਿਉਂਤਪਤੀ ਤੇ ਅਭਿਆਸ ਅਲੱਗ ਨੇ, ਉਹ ਤਾਂ ਪ੍ਰਤਿਭਾ ਦੇ ਹੀ ਸਹਾਇਕ ਨੇ। ਉਹ ਜੇਕਰ ਪ੍ਰਤਿਭਾ ਹੈ ਤਾਂ ਉਹ ਜਿਹੜਾ ਹੈ ਉਹ ਕਾਵਿ ਦਾ ਕਾਰਨ ਬਣ ਸਕਦਾ ਹੈ। ਆਚਾਰਿਆ ਆਨੰਦਵਰਧਨ ਕੀ ਕਹਿੰਦਾ ਹੈ? ਆਚਾਰਿਆ ਆਨੰਦਵਰਧਨ ਫਿਰ ਪ੍ਰਤਿਭਾ ਨੂੰ ਜ਼ਿਆਦਾ ਮਹੱਤਵ ਦਿੰਦੇ ਹੋਏ ਪ੍ਰਤਿਭਾ ਅਤੇ ਵਿਉਂਤਪਤੀ ਦੋਹਾਂ ਨੂੰ ਕਾਵਿ ਰਚਨਾ ਦਾ ਹੇਤੂ ਮੰਨਦੇ ਨੇ। ਹੁਣ ਇਹ ਜਿਹੜਾ ਹੈ ਅੱਗੇ ਅਲੱਗ-ਅਲੱਗ ਵਿਚਾਰਵਾਨ ਨੇ, ਦੇਖੋ ਅਲੱਗ-ਅਲੱਗ ਵਿਦਵਾਨ ਨੇ, ਉਹ ਥੋੜੇ ਫਰਕ ਨਾਲ ਅਲੱਗ-ਅਲੱਗ ਰਾਏ ਜਿਹੜੀ ਹੈ ਉਹ ਦੇ ਰਹੇ ਨੇ ਕਿ ਕਾਵਿ ਦਾ ਹੇਤੂ ਕਿਹੜਾ ਹੋਏਗਾ, ਕਵੀ ਦੇ ਵਿੱਚ ਇਹੋ ਜਿਹਾ ਕੀ ਹੋਵੇ। ਉਹ ਅਲੱਗ-ਅਲੱਗ ਚੀਜ਼ਾਂ ਜਿਹੜੀਆਂ ਨੇ ਦੱਸਦੇ ਨੇ। ਕਿਤੇ ਕੁਝ ਆਚਾਰਿਆਂ ਦੀਆਂ ਗੱਲਾਂ ਮਿਲਦੀਆਂ ਜੁਲਦੀਆਂ ਵੀ ਨੇ ਕਿ ਉਹ ਇੱਕੋ ਗੱਲ ਨੂੰ ਕਹਿੰਦੇ ਨੇ। ਹੁਣ ਪ੍ਰਤਿਭਾ ਤਾਂ ਜਿਹੜਾ ਹੈ ਕਾਫੀ ਕਾਮਨ ਹੋ ਗਿਆ, ਸਾਰੇ ਹੀ ਆਚਾਰਿਆ ਪ੍ਰਤਿਭਾ ਬਾਰੇ ਗੱਲ ਕਰਦੇ ਨੇ। ਅੱਗੇ ਆਨੰਦਵਰਧਨ ਕੀ ਕਹਿੰਦਾ ਹੈ ਕਿ ਪ੍ਰਤਿਭਾ ਵਾਲਾ ਕਵੀ ਪੁਰਾਣੇ ਵਿਸ਼ੇ ਨੂੰ ਵੀ ਨਵੇਂ ਰੂਪ ਵਿੱਚ ਪੇਸ਼ ਕਰ ਦਿੰਦਾ ਹੈ, ਉਹਦੇ 'ਚ ਇੰਨੀ ਕਾਬਲੀਅਤ ਹੁੰਦੀ ਹੈ, ਜਦੋਂ ਕਿ ਪ੍ਰਤਿਭਾ ਰਹਿਤ ਕਵੀ ਕੁਝ ਨਹੀਂ ਕਰ ਸਕਦਾ। ਦੂਜਾ, ਵਿਉਂਤਪਤੀ ਦੇ ਨਾ ਹੋਣ ਤੇ ਪੈਦਾ ਹੋਏ ਦੋਸ਼ ਨੂੰ ਕਵੀ ਆਪਣੀ ਪ੍ਰਤਿਭਾ ਨਾਲ ਢੱਕ ਲੈਂਦਾ ਹੈ। ਜੇ ਉਹਦੀ ਵਿਉਂਤ 'ਚ ਮਾੜੀ ਮੋਟੀ ਕੋਈ ਖਰਾਬੀ ਰਹਿ ਗਈ, ਸਹੀ ਵਿਉਂਤ ਨਹੀਂ ਬਣੀ, ਤਾਂ ਉਹਦੀ ਪ੍ਰਤਿਭਾ ਉਹਨੂੰ ਢੱਕ ਲੇਗੀ। ਮਤਲਬ ਕਿ ਜੇਕਰ ਪ੍ਰਤਿਭਾਸ਼ਾਲੀ ਹੈ ਕਵੀ, ਤਾਂ ਉਹਦੀਆਂ ਜਿਹੜੀਆਂ ਮਾੜੀਆਂ ਮੋਟੀਆਂ ਇੱਕਾ ਦੁੱਕਾ ਕਮੀਆਂ ਵੀ ਨੇ, ਉਹ ਪ੍ਰਤਿਭਾ ਜਿਹੜੀ ਹੈ ਉਹਨਾਂ ਨੂੰ ਢੱਕ ਲੈਂਦੀ ਹੈ, ਉਹਨਾਂ ਨੂੰ ਕਵਰ ਕਰ ਲੈਂਦੀ ਹੈ। ਪਰ ਜੇਕਰ ਪ੍ਰਤਿਭਾ ਹੀ ਨਾ ਹੋਵੇ, ਫਿਰ ਸਾਰੀਆਂ ਵਿਉਂਤਪਤੀਆਂ ਦੀਆਂ ਖਰਾਬੀਆਂ ਜਿਨ੍ਹਾਂ ਨੂੰ ਦੋਸ਼ ਕਹਿੰਦਾ ਉਹ ਝਟਪਟ ਨਜ਼ਰ ਆਉਣ ਲੱਗਦੇ ਨੇ, ਦੋਸ਼ ਹੀ ਦੋਸ਼ ਨਜ਼ਰ ਆ ਜਾਂਦੇ ਨੇ। ਕਿਉਂਕਿ ਪ੍ਰਤਿਭਾ ਦਾ ਹੋਣਾ ਲਾਜ਼ਮੀ ਹੈ। ਆਨੰਦਵਰਧਨ ਵੀ ਪ੍ਰਤਿਭਾ ਉੱਤੇ ਜ਼ੋਰ ਦਿੰਦਾ ਹੈ। ਫਿਰ ਆਚਾਰਿਆ ਦੰਡੀ ਕਿਹਦੇ ਤੇ ਗੱਲ ਕਰਦਾ ਹੈ? ਉਹ ਕਹਿੰਦਾ ਜੇ ਕਵੀ 'ਚ ਜਨਮਜਾਤ ਪ੍ਰਤਿਭਾ ਨਾ ਹੋਵੇ ਤਾਂ ਉਹ ਵਿਦਿਆ ਦਾ ਅਧਿਐਨ ਅਤੇ ਲਗਾਤਾਰ ਅਭਿਆਸ ਕਰਕੇ ਵੀ ਜਿਹੜਾ ਹੈ ਕਾਵਿ ਰਚਨਾ ਕਰ ਸਕਦਾ ਹੈ। ਹੁਣ ਇਹ ਉਹ ਕੀ ਕਹਿੰਦਾ ਹੈ, ਇਹਦੇ 'ਚ ਥੋੜਾ ਫਰਕ ਹੋਇਆ ਵੀ ਜੇਕਰ ਉਹਦੇ 'ਚ ਪ੍ਰਤਿਭਾ ਨਹੀਂ ਹੈਗੀ। ਇੱਥੇ ਉਹ ਕਹਿੰਦੇ ਨਾ, ਆਨੰਦਵਰਧਨ ਕਹਿੰਦੇ ਨੇ ਕਿ ਪ੍ਰਤਿਭਾ ਨਾਲ ਸਾਰਾ ਕੁਝ ਖਰਾਬ ਹੋ ਜਾਂਦਾ ਹੈ। ਉਹ ਕਹਿੰਦੇ ਜੇਕਰ ਪ੍ਰਤਿਭਾ ਨਹੀਂ ਹੈਗੀ, ਪ੍ਰਤਿਭਾ ਨਹੀਂ ਮਤਲਬ ਕਿ ਕਿਵੇਂ ਜਨਮਜਾਤ ਉਹਦੇ 'ਚ ਗੁਣ ਨਹੀਂ ਹੈਗਾ, ਪਰ ਜੇਕਰ ਉਹ ਅਧਿਐਨ ਕਰੇ ਤੇ ਅਭਿਆਸ ਕਰੇ ਤਾਂ ਇਹ ਗੁਣ ਪੈਦਾ ਹੋ ਸਕਦਾ ਉਹਦੇ ਵਿੱਚ। ਹੁਣ ਇਹ ਦੰਡੀ ਦਾ ਵਿਚਾਰ ਆਨੰਦਵਰਧਨ ਤੋਂ ਬਿਲਕੁਲ ਅਲੱਗ ਹੈ। ਅੱਗੇ ਜਗਨਨਾਥ ਕੀ ਕਹਿੰਦਾ ਹੈ? ਆਚਾਰਿਆ ਜਗਨਨਾਥ ਕੀ ਕਹਿੰਦਾ ਹੈ ਕਿ ਵਿਉਂਤਪਤੀ ਅਤੇ ਅਭਿਆਸ ਰਾਹੀਂ ਪ੍ਰਤਿਭਾ ਪੈਦਾ ਹੋ ਸਕਦੀ ਹੈ। ਹੁਣ ਦੋ ਸਪਸ਼ਟ ਅਲੱਗ ਗੱਲਾਂ ਹੋ ਗਈਆਂ ਨਾ। ਕੋਈ ਤਾਂ ਕਹਿੰਦੇ ਪ੍ਰਤਿਭਾ ਚਾਹੀਦੀ ਹੈ, ਠੀਕ ਹੈ, ਉਹ ਜੇ ਨਾ ਹੋਵੇ ਤਾਂ ਬਾਕੀ ਕੁਝ ਵੀ ਨਹੀਂ ਹੁੰਦਾ। ਦੂਜੇ ਹੁਣ ਜਗਨਨਾਥ ਤੇ ਦੰਡੀ ਵਰਗੇ ਕਹਿੰਦੇ ਨੇ ਕਿ ਜੇਕਰ ਪ੍ਰਤਿਭਾ ਨਹੀਂ ਵੀ ਹੈ ਤਾਂ ਉਹ ਅਭਿਆਸ ਨਾਲ ਵਿਉਂਤਪਤੀ ਕਰਕੇ ਵਾਰ-ਵਾਰ ਟਰਾਈ ਕਰਕੇ ਉਹ ਪ੍ਰਤਿਭਾ ਪੈਦਾ ਹੋ ਸਕਦੀ ਹੈ। ਆਚਾਰਿਆ ਹੇਮਚੰਦਰ ਕੀ ਕਹਿੰਦੇ ਨੇ ਕਿ ਸਿਰਫ ਪ੍ਰਤਿਭਾ ਨੂੰ ਕਾਵਿ ਰਚਨਾ ਦਾ ਹੇਤੂ ਮੰਨਦੇ ਹੋਏ ਉਹ ਕੀ ਕਹਿੰਦੇ ਨੇ, ਪ੍ਰਤਿਭਾ ਤੋਂ ਬਿਨਾਂ ਵਿਉਂਤਪਤੀ ਤੇ ਅਭਿਆਸ ਦੋਨੋਂ ਹੀ ਨਿਸ਼ਫਲ ਹਨ। ਕਿੰਨੀ ਮਰਜ਼ੀ ਅਭਿਆਸ ਕਰੀ ਜਾਓ, ਪ੍ਰੈਕਟਿਸ ਕਰੀ ਜਾਓ, ਕਿੰਨਾ ਮਰਜ਼ੀ ਵਿਉਂਤ ਲਓ, ਉਹਨੂੰ ਦੁਬਾਰਾ ਵਿਉਂਤ ਲਓ, ਆਏ ਨਹੀਂ ਸਹੀ ਉਵੇਂ ਲਿਖ ਲਓ, ਉਵੇਂ ਨਹੀਂ ਸਹੀ ਉਵੇਂ ਲਿਖ ਲਓ, ਪਰ ਜੇ ਪ੍ਰਤਿਭਾ ਨਹੀਂ ਤਾਂ ਇਹ ਦੋਨੋਂ ਚੀਜ਼ਾਂ ਦਾ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ। ਹੁਣ ਹੇਮਚੰਦਰ ਨੇ ਜਿਹੜਾ ਹੈ ਇਹ ਗੱਲ ਕਹਿ ਦਿੱਤੀ ਹੈ। ਅੱਗੇ ਹੈ ਇਹ ਸਾਰੀ ਜਿਹੜੀ ਹੈ ਡਿਸਕਸ਼ਨ ਤੋਂ ਬਾਅਦ ਆਪਾਂ ਕੁੱਲ ਮਿਲਾ ਕੇ ਜੇਕਰ ਦੇਖੀਏ ਤਾਂ ਇਹਦੇ ਵਿੱਚ ਵੱਖ-ਵੱਖ ਜਿਹੜੇ ਆਚਾਰਿਆਂ ਦੇ ਮਤ ਨੇ, ਉਹਨਾਂ ਦੇ ਵਿੱਚ ਸੰਖੇਪ ਸਾਰ ਜੇਕਰ ਅਸੀਂ ਕਰਦੇ ਹਾਂ ਤਾਂ ਕੁੱਲ ਮਿਲਾ ਕੇ ਉਹ ਤਿੰਨ ਜਿਹੜੇ ਨੇ ਹੇਤੂ ਕੱਢਦੇ ਹਾਂ ਆਪਾਂ ਉਹਨਾਂ ਦੀਆਂ ਗੱਲਾਂ ਦੇ ਵਿੱਚੋਂ, ਉਹਨਾਂ ਦੀ ਚਰਚਾ ਦੇ ਵਿੱਚੋਂ। ਉਹ ਹੈਗਾ ਪ੍ਰਤਿਭਾ, ਵਿਉਂਤਪਤੀ ਅਤੇ ਅਭਿਆਸ। ਇਹਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਪ੍ਰਤਿਭਾ ਬਾਰੇ ਡਿਸਕਸ ਜਿਹੜਾ ਕਰਾਂਗੇ। ਹੁਣ ਇਹ ਚੀਜ਼ ਕਿਵੇਂ ਹੈ ਕਿ ਇਹ ਸਵਾਲ ਦੇ ਵਿੱਚ ਅਸੀਂ ਇੰਨੀ ਜਿਹੜੇ 7, 8, 10 ਆਚਾਰਿਆ ਨੇ ਉਹਨਾਂ ਦੀਆਂ ਰਾਵਾਂ ਲਿਖ ਕੇ ਅੰਡਰਲਾਈਨ ਕਰਕੇ, ਜਿਵੇਂ ਅਸੀਂ ਪਰਿਭਾਸ਼ਾਵਾਂ ਕੋਟ ਕਰਦੇ ਹੁੰਦੇ ਆ ਇਨਵਾਈਟਡ ਕੌਮਿਆਂ 'ਚ, ਉਵੇਂ ਕੋਟ ਕਰਕੇ ਫਿਰ ਉਸ ਤੋਂ ਬਾਅਦ ਅਸੀਂ ਕਿ ਇਹਨਾਂ ਸਾਰੇ ਆਚਾਰਿਆਂ ਦੀ ਚਰਚਾ ਦੇ ਸੰਖੇਪ ਸਾਰ ਸਾਨੂੰ ਜਿਹੜੇ ਨੇ ਹੇਠ ਲਿਖੇ ਹੇਤੂ ਮਿਲਦੇ ਨੇ। ਉਹਨਾਂ ਦੇ ਵਿੱਚ ਸਾਡੇ ਕੋਲ 3 ਹੇਤੂ ਅਸੀਂ ਕਰਾਂਗੇ, 3 ਪੁਆਇੰਟ ਬਣਾਵਾਂਗੇ ਤੇ ਉਹਨਾਂ ਬਾਰੇ ਥੋੜਾ ਡਿਟੇਲ ਦੇ ਵਿੱਚ ਲਿਖਾਂਗੇ।
ਇਹਦੇ ਵਿੱਚ ਫਿਰ ਥੋੜਾ ਬਹੁਤ ਰੈਪੀਟੀਸ਼ਨ ਆਏਗੀ ਕਿ ਪ੍ਰਤਿਭਾ ਬਾਰੇ ਅਲੱਗ-ਅਲੱਗ ਵਿਚਾਰਵਾਨ ਕੀ ਕਹਿੰਦੇ ਨੇ, ਫਿਰ ਅਸੀਂ ਵਿਉਂਤਪਤੀ ਬਾਰੇ ਅਲੱਗ-ਅਲੱਗ ਜਿਹੜੇ ਵਿਦਵਾਨ ਨੇ ਜਾਂ ਆਚਾਰਿਆ ਲੋਕ ਨੇ ਉਹ ਕੀ ਕਹਿੰਦੇ ਨੇ, ਤੇ ਅਭਿਆਸ ਬਾਰੇ ਕੀ ਕਹਿੰਦੇ ਨੇ। ਇਹ ਸਾਡੇ ਕਾਵਿ ਦੇ ਇਸ ਤਰ੍ਹਾਂ ਹੇਤੂ ਬਣ ਜਾਣਗੇ। ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਪ੍ਰਤਿਭਾ। ਹੁਣ ਪ੍ਰਤਿਭਾ ਕੀ ਹੈ? ਉਹੀ ਆਪਾਂ ਨੇ ਪਹਿਲਾਂ ਸ਼ੁਰੂ 'ਚ ਗੱਲ ਕਰੀ ਸੀ ਕਿ ਇਹ ਫਲਾਣੀ ਸ਼ਕਤੀਆਂ ਤਾਂ ਹੈਗੀਆਂ ਨੇ, ਪਰ ਇਹਨਾਂ ਨੂੰ ਅਸੀਂ ਡਿਫਾਈਨ ਕਿਵੇਂ ਕਰਾਂਗੇ, ਕਿੱਦਾਂ ਦੀਆਂ ਹੋਣਗੀਆਂ। ਪ੍ਰਤਿਭਾ ਕੀ ਹੈ, ਇਹ ਕਵੀ ਵਿੱਚ ਕਿਵੇਂ ਆਉਂਦੀ ਹੈ? ਉਹ ਕਹਿੰਦੇ ਨੇ ਕਿ ਕੁਝ ਕਹਿੰਦੇ ਨੇ ਜਨਮਜਾਤ ਹੁੰਦੀ ਹੈ, ਕੁਝ ਕਹਿੰਦੇ ਨੇ ਇਹ ਅਭਿਆਸ ਦੁਆਰਾ ਪੈਦਾ ਕੀਤੀ ਹੋਈ ਹੁੰਦੀ ਹੈ। ਇਹ ਡਿਸਕਸ਼ਨ ਹੈ। ਭਾਰਤੀ ਕਾਵਿ ਸ਼ਾਸਤਰ ਦੇ ਆਚਾਰਿਆ ਉਕਤ ਪ੍ਰਸ਼ਨ ਅਤੇ ਬਹੁਤਾ ਸੂਖਮਤਾ ਨਾਲ ਵਿਚਾਰ ਕਰਦੇ ਹੋਏ ਉਕਤ ਤੱਤ ਦਾ ਵਿਸ਼ਦ ਵਿਵੇਚਨ ਕੀਤਾ, ਬਹੁਤ ਖੁੱਭ ਕੇ ਵਿਵੇਚਨ, ਖੁੱਭ ਕੇ ਉਸਨੂੰ ਜਿਹੜਾ ਹੈ ਉਹਦਾ ਅਧਿਐਨ ਕੀਤਾ ਹੈ। ਆਚਾਰਿਆ ਦੰਡੀ ਤੇ ਵਾਮਨ ਨੇ ਪ੍ਰਤਿਭਾ ਨੂੰ ਕਾਵਿ ਦਾ ਬੀਜ ਰੂਪ ਕਿਹਾ। ਬੀਜ ਹੈ ਤਾਂ ਉੱਥੋਂ ਕਵਿਤਾ ਜਿਹੜੇ ਪੈਦਾ ਹੋਗੀ। ਜੇਕਰ ਪ੍ਰਤਿਭਾ ਨਹੀਂ ਹੈ ਤਾਂ ਜਿਹੜਾ ਹੈ ਕਵਿਤਾ ਨਹੀਂ ਉੱਥੇ ਪਣਪ ਸਕਦੀ। ਕਾਵਿ ਦਾ ਬੀਜ ਰੂਪ ਅਤੇ ਜਨਮ ਜਨਮਾਂਤਰਾਂ ਦਾ ਇੱਕ ਸੰਸਕਾਰ ਮੰਨਿਆ। ਹੁਣ ਇਹ ਜਿਹੜਾ ਹੈ ਇਹ ਬੜਾ ਅਧਿਆਤਮਕ ਜਿਹਾ ਪੱਖ ਹੋ ਜਾਂਦਾ ਹੈ ਕਿ ਦੰਡੀ ਤੇ ਵਾਮਨ ਇਹ ਮੰਨਦੇ ਨੇ ਕਿ ਪਿਛਲੇ ਜਨਮਾਂ ਦੀ ਕਮਾਈ ਹੋਈ ਚੀਜ਼ ਹੈ ਪ੍ਰਤਿਭਾ, ਜਿਹੜੀ ਹੈ ਇੱਕਦਮ ਨਹੀਂ ਤੁਹਾਨੂੰ ਮਿਲ ਸਕਦੀ। ਇਹ ਤੁਹਾਡੇ ਪਿਛਲੇ ਜਨਮਾਂ ਦੇ ਕਰਮਾਂ ਦਾ ਜਿਹੜਾ ਆਪਾਂ ਕਹਿ ਸਕਦੇ ਹਾਂ ਉਸ ਰੂਪ ਦੇ ਵਿੱਚ ਤੁਹਾਡੇ ਵਿੱਚ ਆਇਆ ਹੋਇਆ ਇੱਕ ਸੰਸਕਾਰ ਹੈ, ਇੱਕ ਗੁਣ ਹੈ, ਜਿਹੜਾ ਕਿ ਤੁਹਾਡੇ ਪਿਛਲੇ ਕਰਮਾਂ ਦੇ ਆਧਾਰ ਤੇ ਤੁਹਾਨੂੰ ਮਿਲਦਾ ਹੈ। ਅਭਿਨਵ ਗੁਪਤ ਕੀ ਕਹਿੰਦਾ ਹੈ? ਕਹਿੰਦਾ ਕਵਿਤਵ। ਕਵਿਤਵ ਕੀ ਹੁੰਦਾ ਹੈ? ਕਵੀਪੁਣਾ। ਆਪਾਂ ਕਹਿੰਦੇ ਕਿ ਕਵੀ ਹੈ ਜੇ ਉਹਦੇ ਚ ਕਵੀਪੁਣਾ ਹੈ, ਕਵਿਤਵ ਕਹਿੰਦੇ ਆ ਉਸਨੂੰ। ਕਵਿਤਵ ਦਾ ਮੂਲ ਜਿਹੜਾ ਹੈ ਜਾਂ ਉਸਦਾ ਬੀਜ ਰੂਪ ਇਹ ਪ੍ਰਤਿਭਾ ਜਨਮ ਜਨਮਾਂਤਰਾਂ ਦੇ ਸੰਸਕਾਰ ਨਾਲ ਹੀ ਆਉਂਦੀ ਹੈ। ਸੇਮ ਹੀ ਗੱਲ ਜਿਹੜਾ ਅਭਿਨਵ ਗੁਪਤ ਕਹਿੰਦਾ ਹੈ। ਇਹਨਾਂ ਨੇ ਇਸ ਦਾ ਵਿਵੇਚਨ ਕਰਦੇ ਹੋਏ ਕਿਹਾ ਕਿ ਪ੍ਰਤਿਭਾ ਇੱਕ ਵਿਸ਼ੇਸ਼ ਬੁੱਧੀ ਹੈ, ਪ੍ਰਗਿਆ, ਵਿਸ਼ੇਸ਼ ਪ੍ਰਗਿਆ ਹੈ, ਵਿਸ਼ੇਸ਼ ਤਰ੍ਹਾਂ ਦੀ ਬੁੱਧੀ ਹੈ ਜਿਸ ਵਿੱਚ ਅਨੁਪਮ ਅਤੇ ਅਨੋਖੀ ਰਚਨਾ ਦੇ ਰਚਨ ਦੀ ਸਮਰੱਥਾ ਹੈ। ਅਨੁਪਮ ਕੀ ਹੁੰਦਾ? ਬਹੁਤ ਹੀ ਪਿਆਰਾ, ਬਹੁਤ ਹੀ ਆਕਰਸ਼ਕ, ਬਹੁਤ ਹੀ ਜਾਦੂਮਈ, ਚਮਤਕਾਰੀ, ਅਨੋਖੀ ਰਚਨਾ ਰਚਨ ਦੀ ਸਮਰੱਥਾ ਹੁੰਦੀ ਹੈ। ਇਹ ਤਾਂ ਇੱਕ ਪ੍ਰਕਾਰ ਦੀ ਬੁੱਧੀ ਹੁੰਦੀ ਹੈ। ਪ੍ਰਤਿਭਾ ਕੀ ਹੈ? ਆਪਾਂ ਕਹੀਏ ਕਿ ਪ੍ਰਤਿਭਾ ਨੂੰ ਕਿਵੇਂ ਕਿਹਾ? ਅਭਿਨਵ ਗੁਪਤ ਕਹਿੰਦਾ ਹੈ ਕਿ ਇਹ ਤਾਂ ਇੱਕ ਪ੍ਰਕਾਰ ਦੀ ਬੁੱਧੀ ਹੁੰਦੀ ਹੈ। ਅਭਿਨਵ ਗੁਪਤ ਨੇ ਅੱਗੇ ਹੋਰ ਵੀ ਸਪਸ਼ਟ ਕੀਤਾ ਹੈ ਕਿ ਪ੍ਰਤਿਭਾ ਇੱਕ ਅਜਿਹਾ ਤੱਤ ਹੈ ਜਿਸ ਵਿੱਚ ਵਰਣਨਯੋਗ ਵਿਸ਼ੇ ਨੂੰ ਨਿਤ ਨਵੇਂ ਢੰਗ ਨਾਲ, ਵਰਣਨਯੋਗ ਵਿਸ਼ਾ ਕਈ ਵਾਰੀ ਸਾਹਿਤ ਦੇ ਵਿੱਚ ਇਹੋ ਜਿਹਾ ਹੁੰਦਾ, ਬੜਾ ਕਾਮਨ ਹੁੰਦਾ ਹੈ, ਪਰ ਉਹਦੇ ਤੇ ਅਲੱਗ-ਅਲੱਗ ਜਿਵੇਂ ਆਪਾਂ ਕਹੀਏ ਕਿ ਕਹਾਣੀਆਂ ਮਿਲਦੀਆਂ ਨੇ। ਕਿਸੇ ਦੀ ਕਹਾਣੀ ਬੜੀ ਸੋਹਣੀ ਹੈ, ਕਿਸੇ ਨੇ ਉਸੇ ਵਿਸ਼ੇ ਤੇ ਨੀਰਸ ਜੀ ਕਹਾਣੀ ਲਿਖੀ ਹੈ, ਠੀਕ ਹੈ ਨਾ। ਇਸ ਲਈ ਵਰਣਨਯੋਗ ਵਿਸ਼ੇ ਨੂੰ ਨਿਤ ਨਵੇਂ ਢੰਗ ਨਾਲ ਰਸਮਈ, ਰਸ ਜਿਹਦੇ ਵਿੱਚ ਸਵਾਦ ਭਰਿਆ ਹੋਵੇ, ਸਰਸ ਚੰਗਾ ਲੱਗਣ ਵਾਲਾ, ਮਨ ਨੂੰ ਰਸੀਲਾ ਬਣਾਇਆ ਜਾਂਦਾ ਹੈ। ਇਹ ਪ੍ਰਤਿਭਾ ਦੇ ਨਾਲ ਹੀ ਬਣਦਾ ਹੈ ਕਿ ਕੋਈ ਵੀ ਵਿਸ਼ਾ ਜਿਹੜਾ ਹੈ ਉਹ ਰਸਮੈ, ਸਰਸ ਅਤੇ ਰਸੀਲਾ ਬਣਾਇਆ ਜਾ ਸਕਦਾ ਹੈ ਜੇਕਰ ਉਹਦੇ 'ਚ ਪ੍ਰਤਿਭਾ ਹੈ, ਜਿਸ ਵਿੱਚ ਕਾਵਿ ਨੂੰ ਮਾਨਣ ਤੇ ਰਚਨ ਦਾ ਦਿਖਾਵਾ ਮਿਟ ਕੇ ਪੂਰੀ ਤਰ੍ਹਾਂ ਨਾਲ ਰਸ ਰੂਪ ਹੋ ਜਾਂਦਾ ਹੈ। ਦਿਖਾਵਾ ਨਹੀਂ ਰਹਿੰਦਾ ਉਹਦੇ ਵਿੱਚ ਕਿ ਮੈਂ ਜਾਂ ਆਪਾਂ ਕਹਿੰਦੇ ਮੈਂ ਰਚਨਾ ਲਿਖ ਰਿਹਾ ਉਹਦਾ ਦਿਖਾਵਾ ਕਰਿਆ ਜਾਵੇ, ਜਾਂ ਮੈਂ ਰਚਨਾ ਬਹੁਤ ਪੜ੍ਹ ਰਿਹਾ ਬਹੁਤ ਦਿਖਾਵਾ ਕੀਤਾ ਜਾਵੇ। ਉਹ ਬੰਦਾ ਦਿਖਾਵਾ ਨਹੀਂ ਕਰਦਾ, ਸਿਰਫ ਉਹਦਾ ਰਸ ਮਾਣਦਾ ਹੈ। ਅਜਿਹੀ ਜਿਹੜੀ ਰਚਨਾ ਪੈਦਾ ਹੋ ਜਾਂਦੀ ਹੈ ਜੇਕਰ ਇੱਕ ਪ੍ਰਤਿਭਾ ਵਾਲਾ ਕਵੀ ਉਸ ਰਚਨਾ ਨੂੰ ਲਿਖਦਾ ਹੈ। ਇਸੇ ਪ੍ਰਤਿਭਾ ਦੇ ਬਲ ਤੇ ਕਵੀ ਨਵੀਆਂ ਕਲਪਨਾਵਾਂ ਕਰਦਾ ਹੈ, ਅਜਿਹੀਆਂ ਇਮੈਜੀਨੇਸ਼ਨਸ ਜਿਹੜੀਆਂ ਕਦੇ ਕਿਸੇ ਨੇ ਨਹੀਂ ਕਰੀਆਂ, ਅਤੇ ਨਵੇਂ ਬਿੰਬ ਘੜਦਾ ਹੈ। ਬਿੰਬ ਕੀ ਹੁੰਦੇ ਨੇ? ਇੱਕ ਤਰ੍ਹਾਂ ਦੇ ਚਿੱਤਰ ਹੀ ਹੁੰਦੇ ਨੇ। ਬਿੰਬ ਘੜਦਾ ਹੋਇਆ ਅਲੌਕਿਕ ਰਸ ਦੀ ਸਿਰਜਣਾ। ਅਲੌਕਿਕ, ਇਹਦਾ ਆਪੋਜ਼ਿਟ ਸ਼ਬਦ ਕੀ ਹੈ? ਲੌਕਿਕ। ਇਹ ਹੈ ਅਲੌਕਿਕ। ਲੌਕਿਕ ਇਸ ਦੁਨੀਆ, ਜਿਸ ਦੁਨੀਆ ਦੇ ਵਿੱਚ ਅਸੀਂ ਰਹਿੰਦੇ ਹਾਂ, ਇਹਦੇ ਨਾਲ ਸੰਬੰਧਿਤ। ਅਲੌਕਿਕ ਕਿਸੇ ਹੋਰ ਦੁਨੀਆ ਦਾ ਜਿਹੜਾ ਸਵਾਦ, ਉਸ ਰਸ ਦੀ ਸਿਰਜਣਾ ਕਰਕੇ ਸਹਿਰਦੇ ਅਤੇ ਪਾਠਕ ਨੂੰ ਅਪੂਰਵ ਆਨੰਦ, ਅਪੂਰਵ ਜਿਹੜਾ ਪੂਰਵ ਪਹਿਲਾਂ ਨਾ ਮਿਲਿਆ ਹੋਵੇ ਉਸਨੂੰ ਆਨੰਦ ਦੀ ਅਨੁਭੂਤੀ ਕਰਾਉਂਦਾ ਹੈ, ਅਨੁਭੂਤੀ ਅਨੁਭਵ ਕਰਾਉਂਦਾ ਹੈ। ਇਹ ਕਿਸ ਨਾਲ ਬਣਦਾ ਹੈ? ਜੇਕਰ ਕਵੀ ਪ੍ਰਤਿਭਾਸ਼ਾਲੀ ਹੈ। ਆਚਾਰਿਆ ਮੰਮਟ ਵੀ ਇਸ ਨੂੰ ਪਹਿਲੇ ਜਨਮਾਂ ਦੇ ਸੰਸਕਾਰ ਤੋਂ ਪੈਦਾ ਹੋਈ ਜਨਮਜਾਤ ਹੀ ਜਿਹੜੀ ਹੈ ਬੁੱਧੀ ਮੰਨਦੇ ਨੇ ਜਾਂ ਗੁਣ ਮੰਨਦੇ ਨੇ। ਇਹਨਾਂ ਨੇ ਪ੍ਰਤਿਭਾ ਦੀ ਥਾਂ ਸ਼ਕਤੀ ਸ਼ਬਦ ਦੀ ਵਰਤੋਂ ਇਸ ਲਈ ਕੀਤੀ ਹੈ। ਕਹਿੰਦੇ ਬੁੱਧੀ ਤੋਂ ਬਿਨਾਂ, ਯਾਨੀ ਕਿ ਜਿਹੜੀ ਆਪਣੀ ਆਪਾਂ ਕਹਿ ਸਕਦੇ ਪ੍ਰਤਿਭਾ ਤੋਂ ਬਿਨਾਂ ਕਾਵਿ ਰਚਨਾ ਹੋ ਹੀ ਨਹੀਂ ਸਕਦੀ। ਜੇ ਹੋਵੇ ਤਾਂ ਹਾਸੋਹੀਣੀ ਹੋ ਜਾਵੇਗੀ। ਪ੍ਰਤਿਭਾ ਤੋਂ ਬਿਨਾਂ ਹਾਸੋਹੀਣੀ ਹੋ ਜਾਵੇਗੀ ਕਿ ਉਹਦਾ ਮਜ਼ਾਕ ਉਡਾਇਆ ਜਾ ਸਕਦਾ ਕਿ ਕਿਸ ਕਿਸਮ ਦੀ ਰਚਨਾ ਕਰੀ। ਤਾਂ ਇਹ ਪ੍ਰਤਿਭਾ ਬਾਰੇ ਅਲੱਗ-ਅਲੱਗ ਵਿਦਵਾਨ ਜਿਹੜੇ ਨੇ ਉਹ ਗੱਲ ਕਰਦੇ ਨੇ। ਅਗਨੀ ਪੁਰਾਣ ਦੇ ਰਚਾਇਤਾ ਕੀ ਕਹਿੰਦਾ ਹੈ? ਉਹ ਕਹਿੰਦਾ ਹੈ ਕਿ ਕਵਿਤਾ ਕਰਨ ਲਈ ਸਮਰੱਥਾ ਸਿਰਫ ਪ੍ਰਤਿਭਾ ਤੋਂ ਹੀ ਆਉਂਦੀ ਹੈ। ਪ੍ਰਤਿਭਾਸ਼ਾਲੀ ਵਿਅਕਤੀ ਹੀ ਕਵਿਤਾ ਲਿਖ ਸਕਦਾ ਹੈ। ਇਸ ਸੰਸਾਰ ਵਿੱਚ ਪਹਿਲਾਂ ਤਾਂ ਮਨੁੱਖ ਦਾ ਸਰੀਰ ਮਿਲਣਾ ਹੀ ਔਖਾ ਹੈ। ਮਨੁੱਖਾ ਜਨਮ
ਕਿੰਨੀਆਂ 84 ਲੱਖ ਜੂਨਾਂ ਤੋਂ ਬਾਅਦ ਮਿਲਦਾ ਹੈ। ਬੜੀਆਂ ਇਹਦੇ ਬਾਰੇ ਜਿਹੜੀਆਂ ਨੇ ਆਪਾਂ ਕਹਿ ਸਕਦੇ ਥਿਊਰੀਜ਼ ਨੇ। ਜੇ ਮਨੁੱਖਾ ਸਰੀਰ ਮਿਲ ਵੀ ਜਾਵੇ ਤਾਂ ਵਿਦਿਆ ਯਾਨੀ ਕਿ ਗਿਆਨ ਪ੍ਰਾਪਤ ਕਰਨਾ ਵੀ ਬੜਾ ਮੁਸ਼ਕਿਲ ਹੈ। ਔਰ ਜੇ ਗਿਆਨ ਜਾਂ ਵਿਦਿਆ ਮਿਲ ਵੀ ਜਾਵੇ ਤਾਂ ਕਵਿਤਵ ਦੀ ਪ੍ਰਾਪਤੀ ਔਖੀ ਹੁੰਦੀ ਹੈ। ਇਹ ਦੇਖ ਲਓ ਕਿ ਕਵੀ ਹੋਣਾ ਜਿਹੜਾ ਹੈ ਉਹ ਸਧਾਰਨ ਕੰਮ ਨਹੀਂ ਹੈ। ਪਹਿਲਾਂ ਤਾਂ ਮਨੁੱਖ ਹੋਣਾ ਹੀ ਸਧਾਰਨ ਕੰਮ ਨਹੀਂ ਹੈ। ਕਦੇ ਕਦੇ ਕਵਿਤਵ ਦੇ ਹੋਣ ਤੇ ਵੀ ਸ਼ਕਤੀ ਦੀ ਹੋਂਦ ਅਤ ਦੁਰਲਭ ਹੋ ਜਾਂਦੀ ਹੈ। ਜੇ ਕਵਿਤਵ ਮਿਲ ਵੀ ਜਾਵੇ, ਉਹਦੇ ਚ ਕਵੀਪੁਣਾ ਪੈਦਾ ਵੀ ਹੋ ਜਾਵੇ, ਤਾਂ ਕੀ ਉਹ ਪ੍ਰਤਿਭਾਸ਼ਾਲੀ ਕਵੀ ਬਣੇਗਾ? ਇਹ ਬਹੁਤ ਹੀ ਅਤ ਦੁਰਲਭ ਚੀਜ਼ ਹੈ। ਤਾਂ ਇਸ ਲਈ ਇਸ ਦੇ ਅਨੁਸਾਰ ਸਿਰਫ ਪ੍ਰਤਿਭਾ ਹੀ ਉੱਤਮ ਕਾਵ ਰਚਨਾ ਦਾ ਪ੍ਰਮੁੱਖ ਕਾਰਨ ਹੈ। ਪ੍ਰਮੁੱਖ ਕਾਰਨ ਮਤਲਬ ਹੇਤੂ ਹੈ। ਆਚਾਰਿਆ ਕੁੰਤਕ ਦਾ ਵੀ ਵਿਚਾਰ ਹੈ ਕਿ ਪ੍ਰਤਿਭਾ ਸਿਰਫ ਪਹਿਲੇ ਜਨਮ ਦੇ ਸੰਸਕਾਰਾਂ ਕਰਕੇ ਹੀ ਉਦਭਾਵਿਤ ਉਤਪੰਨ ਨਹੀਂ ਹੁੰਦੀ, ਬਲਕਿ ਇਸ ਦਾ ਵਿਕਾਸ ਤਾਂ ਪਹਿਲੇ ਅਤੇ ਇਸ ਜਨਮ ਦੇ ਸੰਸਕਾਰਾਂ ਨਾਲ ਹੀ ਹੁੰਦਾ ਹੈ। ਇਸ ਜਨਮ ਦੇ ਸੰਸਕਾਰ ਵੀ ਉਹਦੇ ਵਿੱਚ ਜੁੜ ਜਾਂਦੇ ਨੇ। ਅੱਗੇ ਆਚਾਰਿਆ ਰਾਜਸ਼ੇਖਰ ਕੀ ਕਹਿੰਦਾ ਹੈ? ਕਹਿੰਦਾ ਜਿਹੜਾ ਕਵੀ ਹੈ ਪ੍ਰਤਿਭਾ ਦੀ ਸ਼ਕਤੀ ਦੁਆਰਾ ਅਪਰਤੱਖ ਜਿਹੜਾ ਸਾਹਮਣੇ ਨਾ ਹੋਵੇ, ਅਪਰਤੱਖ ਪਦਾਰਥ ਨੂੰ ਵੀ ਪ੍ਰਤੱਖ ਵਾਂਗ ਦੇਖਣ ਲੱਗ ਪੈਂਦਾ ਹੈ। ਜੋ ਦਿਸਦਾ ਹੈ, ਜੋ ਸਾਨੂੰ ਦਿਸਦਾ ਹੈ, ਉਹ ਤੋਂ ਵੀ ਅੱਗੇ ਦੇਖ ਲੈਂਦਾ ਹੈ। ਪਰਦੇ ਪਿੱਛੇ ਲੁਕੀਆਂ ਹੋਈਆਂ ਚੀਜ਼ਾਂ ਵੀ ਉਸ ਨੂੰ ਦਿਖਣ ਲੱਗ ਪੈਂਦੀਆਂ ਨੇ। ਕਿਉਂਕਿ ਬੜਾ ਇਮੈਜੀਨੇਟਿਵ ਹੁੰਦਾ ਹੈ, ਉਹ ਕਲਪਨਾਸ਼ੀਲ ਹੁੰਦਾ ਹੈ, ਉਹਦੇ 'ਚ ਪ੍ਰਤਿਭਾ ਹੁੰਦੀ ਹੈ। ਪ੍ਰਤਿਭਾ ਕਵੀ ਦੇ ਹਿਰਦੇ 'ਚ ਸ਼ਬਦ ਸਮੂਹ, ਅਰਥ ਸਮੂਹ, ਅਲੰਕਾਰ, ਉਕਤੀਆਂ, ਲੋਕੋਕਤੀਆਂ ਆਦਿ ਨੂੰ ਪ੍ਰਕਾਸ਼ਿਤ ਕਰਾ ਦਿੰਦੀ ਹੈ। ਉਹਨੂੰ ਨਵੇਂ-ਨਵੇਂ ਸ਼ਬਦ ਮਿਲਦੇ ਨੇ, ਨਵੇਂ-ਨਵੇਂ ਅਰਥ ਕ੍ਰੀਏਟ ਕਰਦਾ ਹੈ, ਨਵੇਂ-ਨਵੇਂ ਅਲੰਕਾਰ ਉਸ ਨੂੰ ਸੁੱਝਣ ਲੱਗਦੇ ਨੇ। ਕਿਉਂਕਿ ਉਹਦੇ 'ਚ ਇਹ ਪ੍ਰਤਿਭਾ ਜਾਗ ਪੈਂਦੀ ਹੈ। ਪ੍ਰਤਿਭਾ ਤੋਂ ਰਹਿਤ ਕਵੀ ਲਈ ਪ੍ਰਤੱਖ ਦਿਖਾਈ ਦੇਣ ਵਾਲੇ ਪਦਾਰਥ ਵੀ ਦਿਖਦੇ ਨਹੀਂ। ਉਹਨੂੰ ਸਾਹਮਣੇ ਪਈ ਚੀਜ਼ ਨਹੀਂ ਦਿਖਦੀ ਜਿਹਦੇ 'ਚ ਪ੍ਰਤਿਭਾ ਨਾ ਹੋਵੇ। ਅਤੇ ਪ੍ਰਤਿਭਾ ਵਾਲੇ ਕਵੀ ਲਈ ਪਰੋਖ ਵੀ ਪ੍ਰਤੱਖ ਵਾਂਗ ਹੁੰਦਾ ਹੈ। ਜਿਹੜਾ ਲੁਕਿਆ ਹੋਇਆ ਉਹ ਵੀ ਉਹਨੂੰ ਸਪਸ਼ਟ ਸਾਫ਼ ਦਿਖਾਈ ਦਿੰਦਾ ਹੈ। ਮੇਧਾਵੀ ਰੁਦਰ ਅਤੇ ਕੁਮਾਰਦਾਸ ਜਨਮ ਤੋਂ ਅੰਨੇ ਹੁੰਦੇ ਹੋਏ ਵੀ ਸ੍ਰੇਸ਼ਟ ਕਵੀ ਸੀ। ਉਹੀ ਚੀਜ਼ ਹੈ ਕਿ ਸਿਰਫ ਅੱਖਾਂ ਨਾਲ ਦੇਖਣ ਨਾਲ ਨਹੀਂ, ਇਹ ਮਨ ਦੀਆਂ ਅੱਖਾਂ ਨਾਲ ਵੀ ਜਿਹੜਾ ਹੈ ਦੇਖਣਾ ਹੈ। ਇਹ ਜਿਹੜਾ ਦੇਖਣਾ ਹੈ, ਇਹ ਪ੍ਰਤਿਭਾਸ਼ਾਲੀ ਕਵੀਆਂ ਕੋਲ ਇਹ ਗੁਣ ਹੁੰਦਾ ਹੈ। ਰੁਦਰਟ ਕੀ ਕਹਿੰਦਾ ਹੈ? ਪ੍ਰਤਿਭਾ ਦੇ ਸਰੂਪ ਨੂੰ ਹੋਰ ਵੀ ਸਪਸ਼ਟ ਕਰਦਾ ਉਹ ਕੀ ਕਹਿੰਦਾ ਕਿ ਪ੍ਰਤਿਭਾ ਹੀ ਸ਼ਕਤੀ ਹੈ, ਜਿਸ ਸ਼ਕਤੀ ਦੁਆਰਾ ਮਨ ਦੇ ਇਕਾਗਰ ਹੋਣ ਤੇ ਕਵੀ ਦੇ ਅੰਤःਕਰਣ 'ਚ ਅਰਥ ਦਾ ਅਨੇਕ ਰੂਪਾਂ 'ਚ ਫੁਰਨਾ ਫੁਰਦਾ ਹੈ। ਅੰਤःਕਰਨ ਉਹਦੇ ਅੰਦਰੂਨੀ ਮਨ ਦੇ ਵਿੱਚ ਉਹਨੂੰ ਅਨੇਕ ਸ਼ਬਦ, ਅਨੇਕ ਆਈਡੀਆਜ਼ ਫੁਰਦੇ ਨੇ। ਅਤੇ ਕਮਨੀ ਹੈ, ਚੰਗੇ ਕੋਮਲ, ਕਮਨੀ ਹੈ, ਚੰਗੇ ਪਦ ਮਤਲਬ ਕਿ ਜਿਹੜੇ ਸੈਂਟੈਂਸਸ ਲਿਖਦਾ ਹੈ, ਅੱਖਰ ਲਿਖਦਾ ਹੈ। ਅਤੇ ਚੰਗੇ ਪਦ ਆਪਣੇ ਆਪ ਪ੍ਰਕਾਸ਼ਿਤ ਹੋਣ ਲੱਗ ਪੈਂਦੇ ਨੇ। ਉਹ ਤਾਂ ਆਪਣੇ ਆਪ ਬਸ ਨਵੇਂ ਸ਼ਬਦ, ਨਵੇਂ ਅਰਥ, ਸੋਹਣੇ ਵਾਕ, ਸੋਹਣੀਆਂ ਰਚਨਾਵਾਂ ਲਿਖੀਆਂ ਜਾਣ ਲੱਗ ਪੈਂਦੀਆਂ ਨੇ। ਇਸੇ ਲਈ ਇਸ ਨੂੰ ਸਹਿਜ ਕਹਿੰਦੇ ਨੇ। ਸਹਿਜ ਮਤਲਬ ਕਿ ਉਸਨੂੰ ਕੋਸ਼ਿਸ਼ ਨਹੀਂ ਕਰਨੀ ਪੈਂਦੀ, ਉਹਦੇ ਅੰਦਰ ਤਾਂ ਇਹ ਵੈਸੇ ਹੀ ਗੁਣ ਹੈ ਕਿ ਉਹ ਕੁਦਰਤੀ ਹੋ ਜਿਹੜਾ ਹੈ ਉਹ ਕਰਦਾ ਜਾਂਦਾ ਹੈ। ਇਸੇ ਚੀਜ਼ ਨੂੰ ਜਿਹੜਾ ਪ੍ਰਤਿਭਾ ਕਿਹਾ ਗਿਆ। ਆਨੰਦਵਰਧਨ ਦੇਖੋ ਆਪਣੇ ਗ੍ਰੰਥ ਧਵਨੀਆਂ ਲੋਕ ਦੇ ਵਿੱਚ ਇੱਕ ਕਾਰਿਕਾ ਦੀ ਟੀਕਾ ਵਿੱਚ ਸਲਵਾਹਨ ਨੂੰ ਉਦਰਿਤ ਕਰਦੇ ਹੋਏ ਠੀਕ ਕਿਹਾ ਕਿ ਕਵੀ ਦੀ ਪ੍ਰਤਿਭਾਸ਼ਾਲੀ ਬਾਣੀ ਕੁਰੂਪ ਮੁਖ, ਬਦ ਸ਼ਕਲ ਜਿਹੜਾ ਮੁਖ ਹੈ, ਆਦ ਅੰਗਾਂ ਨੂੰ ਅਲੌਕਿਕ ਸੁੰਦਰਤਾ ਦਾ ਜਾਮਾ ਪਹਿਨਾ ਕੇ ਪਾਠਕਾਂ ਦੇ ਹਿਰਦੇ ਵਿੱਚ ਇੱਕ ਅਮਿੱਟ ਛਾਪ ਛੱਡ ਦਿੰਦੀ ਹੈ। ਮਤਲਬ ਕਿ ਜੇਕਰ ਇਹ ਤਾਂ ਮੁੱਖ ਦੀ ਗੱਲ ਕਰੀਏ, ਕੋਈ ਵੀ ਵਸਤ, ਕੋਈ ਵੀ ਵੇਰਵਾ ਬੜਾ ਭੱਦਾ ਹੈ, ਉਹ ਭੱਦੇ ਚੀਜ਼ਾਂ ਨੂੰ ਵੀ ਉਹ ਆਪਣੇ ਸ਼ਬਦਾਂ ਦੀ ਸੁੰਦਰਤਾ ਜਿਹੜੀ ਹੈ ਉਹਦਾ ਜਾਮਾ ਪਹਿਨਾ ਦਿੰਦਾ ਹੈ ਤੇ ਉਹਦਾ ਜਿਹੜਾ ਭੱਦਾਪਣ ਹੈ, ਉਹਦੀ ਬਦਸੂਰਤੀ ਹੈ, ਉਹ ਖੂਬਸੂਰਤੀ 'ਚ ਬਦਲ ਜਾਂਦੀ ਹੈ। ਇੰਨੀ ਉਹਦੇ 'ਚ ਪ੍ਰਤਿਭਾ ਜਿਹੜੀ ਹੈ ਉਹ ਹੈਗੀ ਹੈ ਕਿ ਉਹ ਬਦਸੂਰਤ ਚੀਜ਼ ਨੂੰ ਖੂਬਸੂਰਤ ਲੱਗਣ ਲਾ ਦਿੰਦਾ ਹੈ। ਇਹ ਆਨੰਦਵਰਧਨ ਕਹਿੰਦਾ ਹੈ। ਉਹਦਾ ਮੰਤਵ ਹੈ ਕਿ ਮਹਾਕਵੀਆਂ ਦੀ ਬਾਣੀ ਮਧੁਰ ਰਸ ਨੂੰ ਪ੍ਰਵਾਹਿਤ ਕਰਦੀ ਹੋਈ ਅਲੌਕਿਕ ਅਤੇ ਸਫੁਰਨ ਹੋਣ ਵਾਲੀ ਵਿਸ਼ੇਸ਼ ਪ੍ਰਤਿਭਾ ਨੂੰ ਪ੍ਰਗਟ ਕਰਦੀ ਹੈ। ਹੁਣ ਇਹ ਉਹਦੇ ਵਿੱਚ ਕਹਿਣ ਤੋਂ ਭਾਵ ਅਲੌਕਿਕਤਾ ਤੇ ਫੁਰਨਾ ਮਤਲਬ ਕਿ ਆਈਡੀਆਜ਼ ਆਉਣਾ, ਇਹ ਪ੍ਰਤਿਭਾ ਜਿਹੜੀ ਹੈ ਉਹ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਦੀਆਂ ਰਚਨਾਵਾਂ ਦੇ ਵਿੱਚ ਸਪਸ਼ਟ ਨਜ਼ਰ ਫੁੱਟ ਕੇ ਪੈਂਦੀ ਹੈ ਜਿਹੜੇ ਕਵੀ ਪ੍ਰਤਿਭਾਸ਼ਾਲੀ ਕਵੀ ਹੁੰਦੇ ਨੇ। ਮਹਿਮਾ ਭੱਟ ਨੇ ਕਾਵ ਰਚਨਾ ਦੇ ਹੇਤੂ ਵਜੋਂ ਪ੍ਰਤਿਭਾ ਨੂੰ ਮਹੱਤਵ ਉਸਨੇ ਵੀ ਦਿੱਤਾ। ਉਹ ਕੀ ਕਹਿੰਦਾ? ਰਸ ਦੇ ਅਨੁਰੂਪ ਸ਼ਬਦ ਅਤੇ ਅਰਥ ਦਾ ਚਿੰਤਨ ਕਰਨ ਵਾਲੇ ਕਵੀ ਦੀ ਆਪਣੇ ਸਰੂਪ ਦੇ ਸਪਰਸ਼ ਤੋਂ ਉਤਪੰਨ ਪ੍ਰਗਿਆ ਯਾਨੀ ਕਿ ਬੁੱਧੀ ਹੀ ਜਿਹੜੀ ਹੈ ਉਹ ਪ੍ਰਤਿਭਾ ਬਣਦੀ ਹੈ। ਇਹ ਤੀਜੀ ਅੱਖ ਵਾਂਗ ਹੈ। ਸਾਡੇ ਦੋ ਨੇ, ਕਵੀ ਦੇ ਤੀਜੀ ਅੱਖ ਹੁੰਦੀ ਹੈ। ਇਹਦਾ ਮਤਲਬ ਆਮ ਇਨਸਾਨ ਦੋ ਅੱਖਾਂ ਨਾਲ ਦੇਖਦਾ ਹੈ ਤੇ ਉਹ ਤੀਜੀ ਨਾਲ ਵੀ ਦੇਖ ਲੈਂਦਾ ਹੈ ਤੇ ਇਸ ਦੇ ਨਾਲ ਕਵੀ ਤਿੰਨਾਂ ਕਾਲਾਂ ਦੇ ਪਦਾਰਥਾਂ ਨੂੰ ਦੇਖ ਲੈਂਦਾ ਹੈ। ਤੀਜੀ ਅੱਖ ਤਿੰਨ ਕਾਲ ਮੰਨੇ ਨੇ, ਭੂਤ, ਵਰਤਮਾਨ ਤੇ ਭਵਿੱਖ। ਇਹ ਤਿੰਨੇ ਕਾਲਾਂ ਦੇ ਵਿੱਚ ਇਹ ਤਿੰਨੋਂ ਅੱਖਾਂ ਉਹਦੀਆਂ ਬੜੀਆਂ ਕੰਮ ਕਰਦੀਆਂ ਨੇ। ਇਸੇ ਲਈ ਉਸਨੂੰ ਪ੍ਰਤਿਭਾਸ਼ਾਲੀ ਜਿਹੜਾ ਹੈ ਵਿਅਕਤੀ ਜਾਂ ਕਵੀ ਕਿਹਾ ਜਾਂਦਾ ਹੈ।
ਰਾਜਸ਼ੇਖਰ ਕੀ ਕਹਿੰਦਾ ਹੈ, ਉਹਦਾ ਗ੍ਰੰਥ ਹੈ ਕਾਵਿ ਮੀਮਾਂਸਾ, ਉਹਦੇ ਚ ਪ੍ਰਤਿਭਾ ਦੇ ਭੇਦਾਂ ਦਾ ਵੀ ਜਿਹੜਾ ਹੈ ਉਹ ਵਰਣਨ ਕਰਦਾ ਹੈ। ਇਹਦੇ ਭੇਦ ਅਸੀਂ ਨਹੀਂ ਕਰਨੇ ਹੈਗੇ ਕਿਉਂਕਿ ਸਾਡੇ ਕੋਲ ਸਿਰਫ ਕਾਵਿ ਦੇ ਹੇਤੂ ਅਸੀਂ ਨੇ ਜਿਹੜੇ ਉਹ ਡਿਫਾਈਨ ਕਰਨੇ ਨੇ, ਇਸ ਲਈ ਇਹਨੂੰ ਜਿਹੜਾ ਹੈ ਛੱਡਿਆ ਜਾ ਸਕਦਾ ਹੈ। ਅਗਲਾ ਹੈ ਸਾਡੇ ਕੋਲ ਵਿਉਂਤਪਤੀ। ਇਹ ਕਾਵਿ ਰਚਨਾ ਦਾ ਉਹ ਹੇਤੂ ਹੈ ਜਿਹੜਾ ਕਿ ਚਰਾਚਰ ਯਾਨੀ ਕਿ ਚੇਤਨ ਅਚੇਤਨ ਜਗਤ ਦੇ ਮਨੁੱਖੀ ਜੀਵਨ ਦੇ ਅਨੁਭਵ, ਛੰਦ, ਵਿਆਕਰਣ, ਨਿਰੁਕਤੀ, ਕੋਸ਼ ਕਲਾ ਹੁੰਦੀ ਸ਼ਬਦ ਕਲਾ, ਅਨੇਕ ਸ਼ਾਸਤਰ, ਵੱਖ-ਵੱਖ ਵਿਦਿਆਵਾਂ ਦਾ ਅਧਿਐਨ ਅਤੇ ਅਨੁਸ਼ੀਲਨ, ਮਹਾਕਵੀਆਂ ਦੇ ਕਾਵਿ ਗ੍ਰੰਥਾਂ ਤੇ ਰਚਨਾਵਾਂ ਦਾ ਲਗਾਤਾਰ ਬਾਰ-ਬਾਰ ਵਾਚਨ, ਨਿਰੀਖਣ, ਚਿੰਤਨ, ਮਨਨ ਅਤੇ ਇਤਿਹਾਸ ਆਦਿ ਦਾ ਗਿਆਨ ਪ੍ਰਾਪਤ ਕਰਨਾ ਹੀ ਵਿਉਂਤਪਤੀ ਹੈ, ਜਿਸ ਨੂੰ ਕੀ ਕਿਹਾ ਜਾਂਦਾ ਹੈ, ਨਿਪੁੰਨਤਾ ਵੀ। ਹੁਣ ਇਹ ਜਿਹੜੀ ਵਿਉਂਤ ਹੈ ਇਹ ਕਿਵੇਂ ਆਏਗੀ ਬੰਦੇ ਦੇ ਵਿੱਚ, ਇਹ ਗੁਣ ਜਿਹੜਾ ਹੈ ਜਾਂ ਇਹ ਕਾਰਨ ਜਿਹੜਾ ਹੈ ਪ੍ਰਤਿਭਾ ਤੋਂ ਬਾਅਦ ਇਹ ਵਿਉਂਤ ਜਿਹੜੀ ਉਹ ਕਿਵੇਂ ਆਏਗੀ? ਉਹ ਵਿਉਂਤ ਆਏਗੀ ਅਨੁਭਵ ਦੇ ਨਾਲ। ਅਨੁਭਵ ਕਿਹਦਾ? ਚੇਤਨ ਅਚੇਤਨ ਜਗਤ ਦਾ, ਸਾਰੀ ਦੁਨੀਆ ਸ੍ਰਿਸ਼ਟੀ ਦਾ ਉਸਨੂੰ ਜਿਹੜਾ ਹੈ ਇੱਕ ਅਨੁਭਵ ਹੋਵੇ, ਜੀਵਨ ਦਾ ਅਨੁਭਵ। ਜਿਵੇਂ ਜਿਵੇਂ ਜਿਉਂਦਾ ਹੈ ਉਹ ਜੀਵਨ ਤਿਵੇਂ ਤਿਵੇਂ ਦਾ ਅਨੁਭਵ ਵੱਧਦਾ ਹੈ। ਪਰ ਅਨੁਭਵ ਵੀ ਜਿਹੜਾ ਹੈ ਆਪਾਂ ਕਹਿ ਸਕਦੇ ਹਾਂ ਕਿ ਅਨੁਭਵ ਤਾਂ ਇੱਕ ਸਧਾਰਨ ਵਿਅਕਤੀ ਵੀ ਹੈ ਜਿਹੜਾ ਜਿਹਦੀ ਘੱਟ ਬੁੱਧੀ ਹੈ ਉਹ ਵੀ ਅਨੁਭਵ ਤਾਂ ਕਰਦਾ ਹੀ ਹੈ, ਪਰ ਉਹ ਗ੍ਰਹਿਣ ਨਹੀਂ ਕਰਦਾ, ਉਹ ਇਕੱਤਰ ਨਹੀਂ ਕਰਦਾ ਆਪਣੇ ਅਨੁਭਵ ਨੂੰ। ਛੰਦ ਦੇ ਵਿੱਚ ਹੁਣ ਛੰਦ ਵਿਉਂਤਣਾ, ਛੰਦ ਲਿਖਣਾ, ਛੰਦ ਬੰਨਣਾ ਇਹ ਆਉਣਾ ਚਾਹੀਦਾ ਹੈ। ਉਹਨੂੰ ਵਿਆਕਰਨ ਦੀ ਸੋਝੀ ਹੋਣੀ ਚਾਹੀਦੀ ਹੈ। ਜੇ ਵਿਆਕਰਨ 'ਚ ਚੰਗਾ ਮਾਹਰ ਹੋਏਗਾ ਫੇਰ ਹੀ ਉਹ ਚੰਗੇ ਵਾਕ ਜਿਹੜੇ ਨੇ, ਚੰਗੇ ਪਦ ਜਿਹੜੇ ਨੇ ਉਹ ਸਿਰਜ ਸਕੇਗਾ। ਨਿਰੁਕਤੀਆਂ, ਉਕਤੀ ਕਿਵੇਂ ਕਹਿਣੀ ਹੈ, ਕਿਵੇਂ ਗੱਲ ਕਹਿਣੀ ਹੈ, ਸ਼ਬਦ ਕਿੰਨੇ ਕੁ ਉਹਦੇ ਕੋਲ ਸ਼ਬਦ ਨੇ, ਸ਼ਬਦ ਭੰਡਾਰ ਹੋਵੇ, ਅਨੇਕ ਸ਼ਾਸਤਰਾਂ ਦਾ ਅਧਿਐਨ ਕੀਤਾ ਹੋਵੇ, ਉਸਨੂੰ ਗਿਆਨ ਹੋਵੇ, ਵੱਖ-ਵੱਖ ਵਿਦਿਆਵਾਂ ਦਾ ਅਧਿਐਨ ਕੀਤਾ ਹੋਵੇ, ਅਨੁਸ਼ੀਲਨ ਕੀਤਾ ਹੋਵੇ, ਉਹਨਾਂ ਨੂੰ ਅਪਣਾਇਆ ਹੋਵੇ, ਸਮਝ ਲਈ ਹੋਵੇ, ਮਹਾਕਵੀਆਂ ਦੇ ਕਾਵਿ ਗ੍ਰੰਥਾਂ ਤੇ ਰਚਨਾਵਾਂ ਦਾ ਬਾਰ-ਬਾਰ ਵਾਚਨ ਕੀਤਾ ਹੋਵੇ, ਵਾਰ-ਵਾਰ ਪੜ੍ਹੇ ਹੋਣ, ਉਹਨਾਂ ਦਾ ਨਿਰੀਖਣ ਕਰੇ, ਉਹਦੇ ਉੱਤੇ ਚਿੰਤਨ ਮਨਨ ਕਰੇ, ਸੋਚੇ, ਉਹਦੇ ਤੇ ਵਿਚਾਰ ਕਰੇ, ਇਤਿਹਾਸ ਨੂੰ ਜਾਣੇ। ਇਹ ਇੰਨੀਆਂ ਚੀਜ਼ਾਂ ਨੇ ਜਿਹੜੀਆਂ ਜਾਣਨੀਆਂ ਜ਼ਰੂਰੀ ਨੇ। ਇਹਨਾਂ ਤੋਂ ਬਾਅਦ ਹੀ ਜੇਕਰ ਇਹ ਸਾਰੇ ਕਾਸੇ ਦਾ ਉਸਨੂੰ ਗਿਆਨ ਮਿਲ ਜਾਏਗਾ ਫਿਰ ਹੀ ਉਹ ਵਿਉਂਤਪਤੀ ਕਰਨ ਦੇ ਸਮਰੱਥ ਹੋਏਗਾ, ਉਹ ਨਿਪੁੰਨ ਬਣ ਜਾਏਗਾ। ਇਸ ਹੇਤੂ ਦੀ ਵਿਆਪਕਤਾ ਤੇ ਵਿਸਥਾਰ ਨੂੰ ਮੁੱਖ ਰੱਖ ਕੇ ਭਰਤ ਨੂੰ ਇਹ ਕਹਿਣਾ ਪਿਆ, ਭਰਤ ਕੌਣ? ਭਰਤ ਮੁਨੀ, ਕਿ ਕੋਈ ਵੀ ਗਿਆਨ, ਕੋਈ ਵੀ ਸ਼ਿਲਪ ਕਲਾ, ਕੋਈ ਵੀ ਕਲਾ, ਕੋਈ ਵੀ ਵਿਦਿਆ, ਕੋਈ ਵੀ ਕਲਾ, ਕੋਈ ਵੀ ਕੰਮ, ਕੋਈ ਵੀ ਯੋਗ ਅਜਿਹਾ ਨਹੀਂ ਜਿਹੜਾ ਨਾਟਕ ਵਿੱਚ ਜਾਂ ਕਾਵਿ ਵਿੱਚ ਸਮਾ ਨਾ ਸਕਦਾ ਹੋਵੇ। ਇਹਦਾ ਮਤਲਬ ਜਿੰਨਾ ਉਹਦਾ ਦੁਨੀਆ ਬਾਰੇ, ਸ੍ਰਿਸ਼ਟੀ ਬਾਰੇ ਗਿਆਨ ਹੋਏਗਾ, ਉਹ ਹਰ ਵਿਸ਼ੇ ਬਾਰੇ ਉਹਦੀ ਜਿਹੜੀ ਨੌਲੇਜ ਹੋਏਗੀ ਤਾਂ ਉਹ ਹਰ ਵਿਸ਼ੇ ਨੂੰ ਜਿਹੜਾ ਕਾਵਿ ਦੇ ਵਿੱਚ ਲਿਆ ਸਕਦਾ ਹੈ। ਹਰ ਵਿਸ਼ੇ ਬਾਰੇ ਕਵਿਤਾ ਜਾਂ ਕਾਵਿ ਜਿਹੜਾ ਹੈ ਉਹ ਸਿਰਜਿਆ ਜਾ ਸਕਦਾ ਹੈ। ਇਸ ਕਥਨ ਦਾ ਇਹ ਭਾਵ ਹੈ ਕਿ ਕਵੀ ਦੇ ਵਿੱਚ ਨਿਪੁੰਨਤਾ ਜਿਹੜਾ ਕਵੀ ਦੀ ਨਿਪੁੰਨਤਾ ਦੁਆਰਾ ਕਾਵਿ ਜਾਂ ਨਾਟਕ ਵਿੱਚ ਸਾਰਾ ਸੰਸਾਰ ਹੀ ਪ੍ਰਤਿਬਿੰਬਿਤ ਹੋ ਸਕਦਾ ਹੈ, ਹੋ ਜਾਂਦਾ ਹੈ। ਲੋਕ ਅਤੇ ਸ਼ਾਸਤਰ ਦੀ ਕੋਈ ਸੀਮਾ ਨਹੀਂ ਹੁੰਦੀ। ਲੋਕ ਨੂੰ ਆਪਾਂ ਕਹਿੰਦੇ ਕਿ ਦੁਨੀਆ ਦੇ ਵਿੱਚ ਕਿੰਨੇ ਮਰਜ਼ੀ, ਕਿੰਨੇ ਆਪਾਂ ਕਹਿ ਸਕਦੇ ਕਿ ਜਿਹੜੇ ਪੀਰ ਫਕੀਰ ਨੇ, ਗੁਰੂ ਪੈਗੰਬਰ ਕਿੰਨੇ ਲੋਕਾਂ ਤੱਕ ਪਹੁੰਚੇ, ਉਹਨਾਂ ਨਾਲ ਚਰਚਾ ਕਰ ਰਹੇ ਨੇ, ਤਾਂ ਇਹ ਲੋਕ ਦੀ ਤਾਂ ਕੋਈ ਸੀਮਾ ਹੀ ਨਹੀਂ ਹੁੰਦੀ ਤੇ ਨਾ ਹੀ ਗਿਆਨ ਦੀ ਕੋਈ ਸੀਮਾ ਹੈ। ਇਸ ਕਰਕੇ ਵਿਉਂਤਪਤੀ ਦੀ ਵੀ ਕੋਈ ਸੀਮਾ ਨਹੀਂ ਹੋ ਸਕਦੀ। ਕਿੰਨੀ ਮਰਜ਼ੀ ਤੁਸੀਂ ਕਿੰਨਾ ਮਰਜ਼ੀ ਗਿਆਨ ਕਵਿਤਾ ਦੇ ਵਿੱਚ ਲੈ ਆਓ, ਉਹ ਵੀ ਥੋੜਾ ਹੈ। ਅਸਲ ਵਿੱਚ ਲੋਕ ਅਤੇ ਸ਼ਾਸਤਰ ਦਾ ਪਰਿਸ਼ੀਲਨ ਹੀ ਕਵੀ ਰਚਨਾ ਨੂੰ ਪ੍ਰਭਾਵਕ ਬਣਾ ਕੇ ਸਹਿਰਦਿਆ ਤੇ ਪਾਠਕ ਦੇ ਮਨ ਨੂੰ ਆਪਣੇ ਵੱਲ ਖਿੱਚਦਾ ਹੈ। ਇਹ ਵਿਸ਼ਾ ਹੈ, ਵਿਸ਼ੇ ਨੇ, ਵਿਸ਼ੇ ਕਿੱਥੋਂ ਲੈ ਕੇ ਆਂਦਾ, ਕਿਸ ਖੇਤਰ ਚੋਂ ਲੈ ਕੇ ਆਂਦਾ, ਇਹ ਡਿਪੈਂਡ ਕਰਦਾ ਹੈ। ਇਹੀ ਉਹਦਾ ਜਿਹੜਾ ਹੈ ਗੁਣ ਹੈ। ਇਹ ਉਸਦੀ ਇਹ ਕਹਿ ਲਓ ਕਿ ਉਹ ਜਿੰਨਾ ਨਿਪੁੰਨ ਹੋਏਗਾ ਵਿਅਕਤੀ ਅਲੱਗ-ਅਲੱਗ ਖੇਤਰਾਂ ਦਾ, ਉਨੀ ਹੀ ਉਹਦਾ ਖੂਬਸੂਰਤ ਕਾਵਿ ਹੋਏਗਾ, ਅਲੱਗ-ਅਲੱਗ ਰੰਗ ਉਹਦੇ ਚ ਹੋਣਗੇ ਔਰ ਅਲੱਗ-ਅਲੱਗ ਜਿਹੜੇ ਰੰਗੀਨ ਚੀਜ਼ ਹੈ ਉਹ ਮਨੁੱਖ ਦੇ ਮਨ ਨੂੰ ਖਿੱਚਦੀ ਹੀ ਖਿੱਚਦੀ। ਲਾਸਟ ਦੇ ਉੱਤੇ ਆਪਣਾ ਤੀਸਰਾ ਜਿਹੜਾ ਹੇਤੂ ਹੈਗਾ ਉਹ ਹੈਗਾ ਅਭਿਆਸ ਦਾ। ਇਹਦੇ ਵਿੱਚ ਵੀ ਅਲੱਗ-ਅਲੱਗ ਜਿਹੜੇ ਨੇ ਆਪਣੇ ਵਿਦਵਾਨ ਨੇ, ਉਹਨਾਂ ਦੀਆਂ ਰਾਵਾਂ ਨੇ। ਭਾਰਤੀ ਕਾਵਿ ਸ਼ਾਸਤਰ ਦੇ ਜ਼ਿਆਦਾਚਾਰਿਆਂ ਨੇ ਅਭਿਆਸ ਨੂੰ ਵੀ ਪ੍ਰਤਿਭਾ ਵਿਉਂਤਪਤੀ ਦੇ ਬਰਾਬਰ ਤੀਜਾ ਹੇਤੂ ਜਿਹੜਾ ਸਵੀਕਾਰ ਕੀਤਾ, ਮਹੱਤਵ ਇਹਨੂੰ ਦਿੱਤਾ ਹੈ। ਪਰੰਤੂ ਰਾਜਸ਼ੇਖਰ ਤੇ ਜਗਨਨਾਥ ਆਦਿ ਕੁਝ ਆਚਾਰਿਆ ਇਸ ਨੂੰ ਪ੍ਰਤਿਭਾ ਦਾ ਹੀ ਜਿਹੜਾ ਹੈ ਅੰਗ ਮੰਨਦੇ ਨੇ, ਉਹਦਾ ਹੀ ਸਹਾਇਕ ਮੰਨਦੇ ਨੇ। ਮੰਮਟ ਕਹਿੰਦਾ ਕਿ ਕਾਵਿ ਰਚਨਾ ਕਰਨ ਦੀ ਸਿੱਖਿਆ ਪ੍ਰਾਪਤ ਕਰਨ ਦਾ ਚਾਹਵਾਨ ਕਵੀ ਕਾਵਿ ਦੇ ਮਰਮ, ਕਾਵਿ ਦੇ ਜਿਹੜੇ ਰਾਜ ਨੇ, ਗਹਿਰਾਈਆਂ ਨੇ, ਕਾਵਿ ਦੇ ਮਰਮ ਜਾਣੂ ਵਿਦਵਾਨਾਂ, ਕਵੀਆਂ, ਕਾਵਿ ਆਲੋਚਕਾਂ, ਗੁਰੂਆਂ ਦੀ ਸੇਵਾ ਉਪਦੇਸ਼ ਤੋਂ ਗਿਆਨ ਪ੍ਰਾਪਤੀ ਕਰਕੇ ਉਹ ਕਾਵਿ ਵਿਸ਼ੇ ਦੇ ਅਨੁਕੂਲ ਸ਼ਬਦ ਅਤੇ ਅਰਥ ਦੀ ਯੋਜਨਾ ਕਰਕੇ ਕਾਵਿ ਰਚਨਾ ਕਰੇ ਅਤੇ ਇਸ ਪ੍ਰਕਿਰਿਆ ਨੂੰ ਬਾਰ-ਬਾਰ ਕਰੇ। ਇਸੇ ਨੂੰ ਉਸਨੇ ਅਭਿਆਸ ਕਿਹਾ। ਪਹਿਲਾਂ ਤਾਂ ਉਹ ਸੰਗਤ ਕਰੇ ਵਿਦਵਾਨਾਂ ਦੀ, ਜਿਹੜੇ ਕਾਵਿ ਦੀ, ਜਿਨ੍ਹਾਂ ਨੂੰ
ਰਾਜ ਪਤਾ ਨੇ ਕਿ ਚੰਗਾ ਕਾਵ ਕਿਵੇਂ ਲਿਖਿਆ ਜਾ ਸਕਦਾ, ਉਹਨਾਂ ਦੀ ਸੰਗਤ ਕਰੇ, ਕਵੀਆਂ ਦੀ, ਕਾਵਲੋਚਕਾਂ ਦੀ, ਗੁਰੂ ਧਾਰੇ, ਗੁਰੂ ਦੀ ਸੇਵਾ, ਉਹਦੇ ਉਪਦੇਸ਼ਾਂ ਨੂੰ ਸੁਣੇ, ਫਿਰ ਉਹ ਸਭ ਕੁਝ ਇਹ ਸਵੀਕਾਰ ਕਰਦੇ ਹੋਏ, ਸਭ ਕੁਝ ਅਪਣਾਉਂਦੇ ਹੋਏ ਫਿਰ ਉਸ ਚੀਜ਼ ਦੇ ਉੱਤੇ ਬਾਰ-ਬਾਰ ਲਗਾਤਾਰ ਅਭਿਆਸ ਕਰੇ, ਜਿਸ ਕਰਕੇ ਉਹਦੇ ਵਿੱਚ ਇਹ ਹੇਤੂ ਪੈਦਾ ਹੋਏਗਾ ਤੇ ਉਹਦੇ ਕੋਲ ਇੱਕ ਆਪਾਂ ਕਹਿੰਦੇ ਕਿ ਮਹੱਤਵਪੂਰਨ ਹੇਤੂ ਹੋਏਗਾ, ਜਿਸ ਕਰਕੇ ਉਹਦਾ ਕਾਵ ਉੱਤਮ ਕਿਸਮ ਦਾ ਬਣ ਪਾਵੇਗਾ। ਇਸ ਲਈ ਅਭਿਆਸ ਜਿਹੜਾ ਹੈ ਬਹੁਤ ਹੀ ਮਹੱਤਵਪੂਰਨ ਹੇਤੂ ਹੈ। ਅੱਗੇ ਵਾਮਨ ਕੀ ਕਹਿੰਦਾ ਹੈ ਕਿ ਸ਼ਬਦ ਪਾਕ, ਸ਼ਬਦ ਪਾਕ, ਪਾਕ ਸ਼ਬਦ ਸੁਣਿਆ ਆਪਾਂ ਨੇ, ਗਾਜਰ ਪਾਕ, ਵਾਰ-ਵਾਰ ਉਸਨੂੰ ਮਾਰੀ ਜਾਂਦੇ, ਖੋਏ ਨੂੰ ਮਾਰੀ ਜਾਂਦੇ, ਅਲਟੀਮੇਟਲੀ ਜਾ ਕੇ ਕਿਤੇ ਉਹ ਬਣਦੀ ਹੈ ਚੀਜ਼। ਤਾਂ ਇਹ ਇੱਕ ਕਿਸਮ ਦਾ ਅਭਿਆਸ ਹੀ ਹੈ ਕਿ ਪਾਕ ਸਿੰਪਲੀ ਕਿ ਸ਼ਬਦ ਤੇ ਅਰਥ ਦਾ ਇੰਨਾ ਜੋੜ ਸਟਰੋਂਗ ਬਣੇ, ਇੰਨੇ ਉਹਨਾਂ ਦਾ ਜਿਹੜਾ ਇੱਕ ਮਿਕ ਹੋ ਜਾਣ, ਉਹ ਦੁਹਰਾਈ ਦੇ ਵਿੱਚੋਂ ਹੀ ਜਿਹੜਾ ਹੈ ਉਹ ਪੈਦਾ ਹੋਏਗਾ। ਜੇਕਰ ਸ਼ਬਦ ਸਹੀ ਹੋਣਗੇ ਫਿਰ ਅਰਥ, ਸ਼ਬਦ ਤੇ ਅਰਥ ਇਹਨੇ ਰਚ ਮਿਚ ਕੇ ਇੱਕ ਸੋਹਣਾ ਪ੍ਰਭਾਵ ਸਿਰਜਣ, ਜਿਸ ਨੂੰ ਉਹਨਾਂ ਨੇ ਕਿਹਾ ਸ਼ਬਦ ਪਾਕ ਜਿਹੜਾ ਹੈ ਕ੍ਰੀਏਟ ਕਰ ਸਕੇ। ਜਿਹੜਾ ਸ਼ਬਦ ਪਾਕ ਬਣਾ ਲੇਗਾ, ਇਹਦਾ ਮਤਲਬ ਉਹਨੇ ਕਾਫੀ ਅਭਿਆਸ ਕੀਤਾ ਹੋਏਗਾ, ਤੇ ਅਭਿਆਸ ਤੋਂ ਬਿਨਾਂ ਪਾਕ ਜਿਹੜਾ ਹੈ ਉਹ ਬਣਦਾ ਨਹੀਂ ਹੈ। ਫਿਰ ਹੀ ਉਹ ਜਿਹੜਾ ਹੈ ਸਮਾਜਿਕ ਯਾਨੀ ਕਿ ਪਾਠਕ ਸੁਹਿਰਦਿਆਂ ਨੂੰ ਕਾਵ ਦਾ ਸਵਾਦ ਦੇ ਸਕੇਗਾ, ਫਿਰ ਹੀ ਉਹ ਸਵਾਦਲਾ ਕਾਵ ਸਿਰਜ ਸਕੇਗਾ ਜੇਕਰ ਉਹ ਉਸਨੂੰ ਪਾਕ ਕਰੇਗਾ। ਪਾਕ ਮਤਲਬ ਬਾਰ-ਬਾਰ ਅਭਿਆਸ ਉਪਰੰਤ ਉਸਨੂੰ ਸਿਰਜੇਗਾ। ਆਚਾर्य ਰਾਜਸ਼ੇਖਰ ਨੇ ਉੱਤਮ ਸਿਹਤ, ਪ੍ਰਤਿਭਾ, ਅਭਿਆਸ, ਗੁਰੂਆਂ ਦੇ ਪ੍ਰਤੀ ਭਗਤੀ ਯਾਨੀ ਕਿ ਆਦਰ, ਵਿਦਵਾਨਾਂ ਨਾਲ ਵਿਚਾਰ ਵਟਾਂਦਰਾ, ਗਹਿਰਾ ਅਧਿਐਨ, ਚੰਗੀ ਸਮਰਨ ਸ਼ਕਤੀ, ਯਾਦ ਸ਼ਕਤੀ, ਚਿੱਤ ਦੀ ਪ੍ਰਸੰਨਤਾ, 8 ਵਿਸ਼ੇਸ਼ਤਾਵਾਂ ਨੂੰ ਕਾਵ ਦੀਆਂ 8 ਮਤਾਵਾਂ ਕਿਹਾ। ਜਿਹਦੇ ਕੋਲੇ 8 ਮਤਾਵਾਂ ਨੇ ਉਹਦੇ ਚ ਆਪਾਂ ਕਹਿ ਸਕਦੇ ਹਾਂ ਕਿ ਉਹ ਗੁਣ ਹੈ ਜਿਹਦੇ ਨਾਲ ਉਹ ਕਾਵ ਦੀ ਸਿਰਜਣਾ ਕਰ ਸਕਦਾ ਹੈ। ਇਹਦੇ ਵਿੱਚ ਤੁਸੀਂ ਦੇਖੋ ਕਿ 5 ਉਪਾਏ ਦੱਸੇ ਨੇ, 5 ਉਪਾਏ ਦੱਸੇ ਨੇ, ਢੰਗ ਤਰੀਕੇ ਦੱਸੇ ਨੇ ਚੰਗੀ ਕਵਿਤਾ ਸਿਰਜਣ ਦੇ ਲਈ ਤੇ ਚੰਗਾ ਕਵੀ ਹੋਣ ਦੇ ਲਈ। ਜਿਹੜਾ ਕਵੀ ਨਹੀਂ ਉਹ ਕਵਿਤਾ ਪ੍ਰਾਪਤ ਕਰਨ ਦਾ ਯਤਨ ਕਰੇ, ਇਹ ਸਿੱਖਿਆਵਾਂ ਨੇ। ਜੇਕਰ ਉਹਦੇ ਚ ਨਹੀਂ ਗੁਣ ਤਾਂ ਉਸ ਗੁਣ ਨੂੰ ਪ੍ਰਾਪਤ ਕਰਨ ਦਾ ਯਤਨ ਕਰੇ, ਜਿਸ ਲਈ ਇਹਨਾਂ ਨੇ 2 ਉਪਾਏ ਦੱਸੇ ਹਨ। ਪਹਿਲਾ ਦੇਵਤਾ ਆਦਿ ਦੀ ਪੂਜਾ ਕਰੇ, ਮੰਤਰ ਜਾਪ ਆਦਿ ਦੁਆਰਾ, ਅਤੇ ਦੂਜਾ ਯਤਨ ਕਰੇ। ਪੂਜਾ ਤੇ ਯਤਨ ਮਨੁੱਖ ਨੂੰ ਆਪ ਹੀ ਕਰਨਾ ਪੈਂਦਾ ਹੈ। ਆਪਣੇ ਯਤਨ ਦੁਆਰਾ ਕਵੀਆਂ, ਗੁਰੂਆਂ ਤੇ ਅਨੇਕ ਸ਼ਾਸਤਰਾਂ ਦਾ ਅਧਿਐਨ ਕਰੇ, ਕਾਵ ਰਚਨਾ ਦੀ ਸਿੱਖਿਆ ਪ੍ਰਾਪਤ ਕਰਕੇ ਫਿਰ ਆਪਣੀ ਕਵਿਤਵ ਸ਼ਕਤੀ ਨੂੰ ਜਗਾਉਣ ਦੀ ਕੋਸ਼ਿਸ਼ ਕਰੇ। ਪਹਿਲਾ ਇਹ। ਦੂਜਾ ਉਹ ਕਹਿੰਦੇ ਨੇ ਕਿ ਕਾਵ ਰਚਨਾ ਦੀ ਸਿੱਖਿਆ ਪ੍ਰਾਪਤ ਕਰਕੇ ਕਾਵ ਨੂੰ ਪੂਰਾ ਕਰੇ, ਉਹਦੀ ਸਿੱਖਿਆ ਪ੍ਰਾਪਤ ਕਰੇ ਕਿਸੇ ਤੋਂ ਕਿ ਕਿਵੇਂ ਰਚੀ ਜਾਂਦੀ ਹੈ। ਕਾਵ ਰਚਨਾ ਦੀ ਸਿੱਖਿਆ ਪ੍ਰਾਪਤ ਕਰਕੇ ਜਿਸ ਕਾਵ ਦੀ ਰਚਨਾ ਕੀਤੀ ਜਾਵੇ ਉਸ 'ਚ ਚਮਤਕਾਰ ਜਾਂ ਰਮਣੀਅਤਾ ਪੈਦਾ ਕਰਨੀ ਅਤ ਜ਼ਰੂਰੀ ਹੈ। ਚਮਤਕਾਰ ਪ੍ਰਭਾਵਸ਼ਾਲੀ ਉਹਦਾ ਹੋਣਾ ਜ਼ਰੂਰੀ ਹੈ। ਇਹ ਨਹੀਂ ਕਿ ਸਿਰਫ ਉਹਨੂੰ ਰਚ ਦਿੱਤਾ, ਉਹਦੇ 'ਚ ਰਚਨ ਦੇ ਵਿੱਚ ਵੀ ਜਿਹੜਾ ਹੈ ਉਹ ਚਮਤਕਾਰ ਜਾਂ ਆਕਰਸ਼ਣ ਹੋਣਾ ਚਾਹੀਦਾ ਹੈ। ਕਾਵ ਰਚਨਾ ਕਰਦੇ ਹੋਏ ਕਵੀ ਨੂੰ ਕਾਵਗਤ ਗੁਣਾਂ ਤੇ ਦੋਸ਼ਾਂ ਦਾ ਗਿਆਨ ਹੋਵੇ। ਇਹਦੇ 'ਚ ਕਿਹੜੇ ਗੁਣ ਹੋ ਸਕਦੇ ਨੇ, ਕਿਹੜੇ ਦੋਸ਼ਾਂ ਤੋਂ ਬਚੇ ਤੇ ਗੁਣ ਪੈਦਾ ਕਰੇ। ਇਸ ਬਾਰੇ ਕਸ਼ੇਮੇਂਦਰ ਨੇ ਸ਼ਬਦ, ਅਰਥ ਤੇ ਰਸ ਦੀ ਸ਼ੁੱਧੀ ਗੁਣ ਮੰਨੇ ਨੇ। ਸ਼ਬਦ, ਅਰਥ ਤੇ ਰਸ ਜੋ ਉਹਦੇ ਵਿੱਚੋਂ ਭਾਵ ਨਿਕਲ ਰਿਹਾ, ਜੋ ਆਨੰਦ ਦੇ ਰਿਹਾ, ਉਹ ਸ਼ੁੱਧੀ ਜਿੰਨਾ ਸ਼ੁੱਧ ਹੋਏਗਾ, ਸ਼ੁੱਧ ਮਤਲਬ ਜਿਹਦੇ 'ਚ ਅਸ਼ੁੱਧੀਆਂ ਘੱਟ ਹੋਣਗੀਆਂ, ਉਹ ਸ਼ੁੱਧੀ, ਅਤੇ ਸ਼ਬਦ, ਅਰਥ ਤੇ ਰਸ ਦੀ ਮਲੀਨਤਾ ਉਹਦੇ ਵਿੱਚ ਜਿਹੜੀ ਗੰਦਗੀ ਹੈ, ਜਿਹੜਾ ਕੂੜਾ ਕਰਕਟ ਹੈ, ਉਸਨੂੰ ਕੱਢੇ, ਯਾਨੀ ਕਿ ਕਾਵ ਦੋਸ਼ ਖਤਮ ਕਰੇ। ਅਜਿਹੀ ਰਚਨਾ ਜਿਹੜੀ ਹੈ ਫਿਰ ਚੰਗੀ ਰਚਨਾ ਹੋ ਸਕਦੀ ਹੈ। ਕਵੀ ਰਚਨਾ ਕਰਨ ਸਮੇਂ ਇਹਨਾਂ ਗੁਣਾਂ ਤੇ ਦੋਸ਼ਾਂ ਦਾ ਵਿਸ਼ੇਸ਼ ਧਿਆਨ ਰੱਖੇ। ਕਵੀ ਨੂੰ ਅਨੇਕਾਂ ਸ਼ਾਸਤਰਾਂ ਦਾ ਗਿਆਨ ਹੋਣਾ ਜ਼ਰੂਰੀ ਹੈ, ਪੜ੍ਹਿਆ ਲਿਖਿਆ ਹੋਣਾ ਜ਼ਰੂਰੀ ਹੈ, ਫਿਰ ਹੀ ਉਹਦੇ ਵਿੱਚ ਇਹ ਗੁਣ ਜਿਹੜੇ ਨੇ ਉਹ ਪੈਦਾ ਹੋ ਸਕਦੇ ਨੇ। ਤਾਂ ਸਾਰ ਰੂਪ ਦੇ ਵਿੱਚ ਇਹ ਡਿਸਕਸ਼ਨ ਕੀਤੀ ਹੋਈ ਹੈ ਕਿ ਜਿਹੜੀ ਪ੍ਰਤਿਭਾ ਹੈ, ਵਿਉਂਤਪਤੀ ਹੈ, ਇਹੀ ਸਾਡਾ ਜਿਹੜਾ ਹੈ ਤੇ ਲਾਸਟ ਦੇ ਵਿੱਚ ਅਭਿਆਸ, ਇਹ 3 ਜਿਹੜੇ ਨੇ ਨਿਸ਼ਕਰਸ਼ ਰੂਪ ਦੇ ਵਿੱਚ ਅਸੀਂ ਇਹਨਾਂ ਨੂੰ ਕਰ ਰਹੇ। 3 ਜਿਹੜੇ ਨੇ ਉਹ ਬਹੁਤ ਜ਼ਰੂਰੀ ਤੇ ਬਹੁਤ ਮਹੱਤਵਪੂਰਨ ਜਿਹੜੇ ਨੇ ਉਹ ਕਾਵ ਦੇ ਹੇਤੂ ਨੇ। ਇਸ ਲਈ ਪ੍ਰਤਿਭਾ ਤੇ ਆਪਣਾ ਜਿਹੜਾ ਵਿਉਂਤਪਤੀ ਤੇ ਅਭਿਆਸ, ਇਹਨਾਂ ਦੇ ਰਾਹੀਂ ਹੀ ਜਿਹੜਾ ਹੈ ਉਹ ਆਨੰਦ ਦੇ ਸਕਦੀ ਹੈ ਰਚਨਾ, ਚਮਤਕਾਰ ਪੈਦਾ ਕਰ ਸਕਦੀ ਹੈ ਤੇ ਪਾਠਕਾਂ ਤੱਕ ਉਹ ਸਫਲਤਾ ਸਹਿਤ ਪਹੁੰਚ ਸਕਦੀ ਹੈ। ਥੈਂਕਸ ਅ ਲੋਟ।